ਸੋ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਦੀ ਮੌਜੂਦਾ ਮੈਨੇਜਮੈਂਟ ਜਿਹਦੇ 'ਚ ਪ੍ਰਧਾਨ ਕੁਲਦੀਪ ਸਿੰਘ ਢਿੱਲੋਂ ਹੈਗੇ ਨੇ, ਉਹ ਗੁਰਦੇਵ ਸਿੰਘ ਕਾਂਗ ਹੋਰੀ ਹੈਗੇ ਨੇ ਸਾਬਕਾ ਪ੍ਰਧਾਨ, ਉਹਨਾਂ ਦੇ ਨਾਲ ਗੱਲ ਕਰਦੇ ਹਾਂ। ਜਦੋਂ ਇਹ ਉਮੀਦ ਬੱਝ ਰਹੀ ਹੈ ਕਿ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਦੇ ਪ੍ਰਬੰਧ ਦੇ ਨਾਲ ਜੁੜੀ ਹਰ ਡਿਬੇਟ, ਹਰ ਇਸ਼ੂ, ਹਰ ਲੜਾਈ ਜਾਂ ਬਹਿਸ ਖਤਮ ਹੋਣ ਦੀ ਉਮੀਦ ਹੈ, ਤਾਂ ਉਹ ਕਿੱਦਾਂ ਹੋ ਰਹੀ ਹੈ? ਕਾਂਗ ਸਾਹਿਬ, ਪਹਿਲਾਂ ਤਾਂ ਇਹ ਦੱਸੋ ਕਿ ਕੁਛ ਅਦਾਲਤੀ ਕਾਰਵਾਈ ਦੇ ਵਿੱਚ ਇੱਕ ਪੜਾਅ 'ਤੇ ਤੁਸੀਂ ਪਹੁੰਚੇ ਹੋ, ਉਹ ਕੀ ਸਿਚੁਏਸ਼ਨ ਹੈ ਹੁਣ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਮੈਂ PTC ਵਾਲਿਆਂ ਦਾ ਵੀ ਧੰਨਵਾਦੀ ਹਾਂ, ਕਿਉਂਕਿ ਤੁਸੀਂ ਮੀਡੀਆ ਦੇ ਵਿੱਚ ਜਿਹੜੀ ਵੀ ਕੋਈ ਗੱਲ ਹੁੰਦੀ ਆ ਉਹਨੂੰ ਬਿਲਕੁਲ, ਬਾਕੀ ਮੀਡੀਆ ਵਾਲਿਆਂ ਨੂੰ ਵੀ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਵੀ ਜਿਹੜੀ ਸੱਚਾਈ ਹੁੰਦੀ ਆ ਉਹ ਪੱਖ ਜਿਹੜਾ ਉਹਨੂੰ ਦੱਸਿਆ ਕਰੋ। ਇਹ ਜਿਹੜਾ ਵਾ ਇਲੈਕਸ਼ਨ ਸੰਬੰਧੀ ਜਿਹੜਾ ਸਬੰਧ ਸੀਗਾ, ਇਹ 2014 ਦੇ ਵਿੱਚ ਮਈ ਦੇ ਵਿੱਚ ਸ਼ੁਰੂ ਹੋਇਆ ਸੀ, ਅਤੇ ਉਹਦਾ ਕਰਕੇ ਮੁੜ ਕੇ ਜਿਹੜੀ ਇਲੈਕਸ਼ਨ ਆ ਉਹ ਜਾ ਕੇ ਹੋਈ ਸੀ ਅਕਤੂਬਰ 2000 ਦੇ ਜਾ ਕੇ ਮੁੜ ਕੇ 16 ਦੇ ਵਿੱਚ। 16 ਦੇ ਵਿੱਚ ਜਦੋਂ ਇਲੈਕਸ਼ਨ ਹੋਈ ਆ, ਅਤੇ 16 ਦੀ ਜਿਹੜੀ ਨਵੀਂ ਇਲੈਕਸ਼ਨ ਸੀ ਉਹ 2018 ਦੀ ਜੁਲਾਈ ਦੇ ਵਿੱਚ ਡਿਊ ਸੀਗੀ। ਉਹਦੇ 'ਚ ਜਦੋਂ ਮੈਂਬਰਸ਼ਿਪ ਵਾਸਤੇ ਜਿਹੜੀਆਂ ਪਾਰਟੀਆਂ ਨਾਰਾਜ਼ ਸੀਗੀਆਂ, ਉਹਨਾਂ ਦੇ ਨਾਲ ਬਹਿ ਕੇ ਕੰਪਰੋਮਾਈਜ਼ ਹੋਇਆ ਸੀ, ਗੁਰੂ ਘਰ ਦੇ ਵਿੱਚ ਹੀ ਬਹਿ ਕੇ ਕੰਪਰੋਮਾਈਜ਼ ਹੋਇਆ ਸੀ। ਉਹਨਾਂ ਦੀ ਕਹਿਣ ਦੇ ਉੱਤੇ ਹੀ ਜਿਹੜੀ ਮੈਂਬਰਸ਼ਿਪ ਆ ਆਪਣੇ ਕਨਸਟੀਟਿਊਸ਼ਨ ਦੇ ਬਾਈ ਲਾਅ ਦੇ ਮੁਤਾਬਕ ਉਹ ਜਿਹੜੀ ਆ ਮਤਲਬ ਕਿ 1 ਸਤੰਬਰ ਤੋਂ ਲੈ ਕੇ ਅਤੇ 30 ਨਵੰਬਰ ਤੱਕ ਜਿਹੜੀ ਆ ਖੋਲ੍ਹੀ ਜਾਂਦੀ ਆ। ਅਤੇ ਉਹਨਾਂ ਨੇ ਰਿਕੁਐਸਟ ਕੀਤੀ ਸੀ ਕਿ ਤੁਸੀਂ ਇਹਨੂੰ ਵਧਾ ਦਿਓ 1 ਮਹੀਨੇ ਵਾਸਤੇ, ਅਤੇ ਅਸੀਂ ਜਿਹੜੀਆਂ ਆਪਣੀਆਂ ਵੋਟਾਂ ਬਣਾਉਣੀਆਂ ਚਾਹੁੰਦੇ ਹਾਂ। ਅਸੀਂ ਉਹਨਾਂ ਦੀ ਰਿਕੁਐਸਟ ਦੇ ਉੱਤੇ, ਮੈਂ ਇਹ ਪ੍ਰਧਾਨ ਸਾਹਿਬ ਨੇ ਅਤੇ ਮੈਂ ਬੋਰਡ ਨੂੰ ਰਿਕੁਐਸਟ ਕੀਤੀ ਵੀ ਜੇ ਆਪਣੀ ਸੰਗਤ ਇਕੱਠੀ ਰਹਿੰਦੀ ਸਾਰੀ ਹੈ ਨਾ, ਅਤੇ ਤੁਸੀਂ ਉਹਨੂੰ ਜਿਹੜਾ ਐਕਸਟੈਂਡ ਕਰ ਦਿਓ। ਇਹਨਾਂ ਨੇ ਉਹਨੂੰ ਐਕਸਟੈਂਡ ਕਰ ਦਿੱਤਾ 25 ਦਸੰਬਰ ਤੱਕ। ਜਦੋਂ 25 ਦਸੰਬਰ ਦੀ ਡੇਟ ਆਈ ਅਤੇ ਉਦੋਂ ਪਹਿਲਾਂ ਫੇਰ ਕਹਿਣ ਲੱਗੇ ਵੀ ਗੱਲ ਇਹ ਆ ਵੀ ਭਾਜੀ ਵੀ ਇਹਨਾਂ ਨੂੰ ਕਹੋ ਵੀ ਸਾਨੂੰ ਜਨਵਰੀ 1 ਮਹੀਨਾ ਹੋਰ ਵਧਾ ਦਿਓ, ਵੀ ਛੁੱਟੀਆਂ ਦਾ ਪੀਰੀਅਡ ਆ। ਅਸੀਂ ਵੀ ਸੋਚਿਆ ਵੀ ਚਲੋ ਇਲੈਕਸ਼ਨ 'ਤੇ ਜਾ ਕੇ ਜੁਲਾਈ 'ਚ ਹੋਣੀ ਆ, ਅਤੇ ਕੋਈ ਗੱਲ ਨਹੀਂ, ਕੋਈ ਵੀ ਭਰਾ ਭੈਣ ਜਿਹੜਾ ਗੁਰਦੁਆਰੇ ਦੀ ਜਿਹੜਾ ਇੱਥੇ ਆਉਂਦਾ ਉਹ ਵੋਟ ਤੋਂ ਵਾਂਝਾ ਨਾ ਰਵੇ, ਉਹ ਆਪਣੀ ਵੋਟ ਬਣਾਉਣ ਦਾ ਉਹਨੂੰ ਮੌਕਾ ਮਿਲਣਾ ਚਾਹੀਦਾ। ਉਹਦੇ 'ਚ ਕੰਡੀਸ਼ਨ ਇੱਕ ਸੀਗੀ ਕਿ ਉਸ ਟਾਈਮ ਕਿ ਅਸੀਂ ਮੈਂਬਰਸ਼ਿਪ ਬੋਰਡ ਨੇ ਇਸ ਕਰਕੇ ਵਧਾਈ ਸੀ ਕਿ ਇਹ ਐਗਰੀ ਹੋਏ ਸੀ ਵੀ ਸਾਨੂੰ 4 ਵੀਕ ਮੈਂਬਰਸ਼ਿਪ ਹੋਰ ਵਧਾ ਦਿਓ, ਅਤੇ ਅਸੀਂ ਆਪਣੇ ਜਿਹੜੇ ਕੇਸ ਆ ਸਾਰੇ ਉਹ ਜਿਹੜੇ ਆ ਉਹ ਵਾਪਸ ਲੈ ਲੈਂਦੇ ਹਾਂ। ਉਹ ਪੇਪਰ ਵੀ ਪਿਆ ਸਾਡੇ ਕੋਲ ਬਣਿਆ। ਉਦੋਂ ਮਗਰੋਂ ਕਰਦੇ ਕਰਦੇ ਇਹਨਾਂ ਨੇ ਕਿਸੇ ਨੇ ਜਿਹੜਾ ਕੇਸ ਆ ਉਹ ਕਦੀ ਕਹਿਣ ਵੀ ਉਹ ਨਹੀਂ ਮੰਨਦਾ, ਕਦੀ ਕਹਿਣ ਉਹ ਨਹੀਂ ਮੰਨਦਾ, ਇਹਨਾਂ ਨੇ ਕੇਸ ਵਾਪਸ ਨਹੀਂ ਲੈ, ਅਤੇ ਉਹ ਜਿਹੜੀ 28 ਜਨਵਰੀ ਵਾਲੀ ਡੇਟ ਆ ਉਹ ਵੀ ਲੰਘ ਗਈ ਮੈਂਬਰਸ਼ਿਪ ਦੀ। ਮੁੜ ਕੇ ਮੇਰੇ ਕਹਿਣ ਤੋਂ ਭਾਵ ਇਹ ਆ ਵੀ ਜਦੋਂ ਕੋਈ ਸੈਟਲਮੈਂਟ ਨਹੀਂ ਹੋਈ, ਅਤੇ ਆਹ ਜਿਹੜੀ ਆਫਰ ਵਾ ਇਹ ਅੱਜ ਤੋਂ 1.5 ਸਾਲ ਪਹਿਲਾਂ ਇਹਨਾਂ ਨੂੰ ਦਿੱਤੀ ਗਈ ਸੀ। ਓਕੇ, ਇਹ ਆਫਰ ਜਿਹੜੀ ਸੁਪਰੀਮ ਕੋਰਟ ਸਿਵਲ ਟਰਮ ਕਾਊਂਟੀ ਆਫ ਕੁਈਨਜ਼ ਦੀ ਕੋਰਟ ਦੀ ਦਿੱਤੀ ਹੋਈ, ਜਿਹਦੇ 'ਚ ਤੁਸੀਂ ਤੇ ਦੂਜੀ ਧਿਰ ਐਗਰੀ ਕੀਤੇ ਹੋ। ਕੋਰਟ ਦੀ ਐਗਰੀ ਨਹੀਂ ਗਈ, ਇਹ ਕੋਰਟ ਦੇ ਵਿੱਚ ਕਾਨਫਰੰਸ ਕਾਲ ਸੀਗੀ। 2 ਵਕੀਲਾਂ ਨੂੰ ਕੋਰਟ ਦੇ ਵਿੱਚ ਸੱਦਿਆ ਗਿਆ ਸੀਗਾ ਇਨ ਫਰੰਟ ਆਫ ਦਾ ਜੱਜ। ਉੱਥੇ ਜੱਜ ਨੇ ਇਹਨਾਂ ਨੂੰ ਕਿਹਾ ਸੀ ਕਿ ਤੁਸੀਂ ਦੱਸੋ ਵੀ ਟਰਾਇਲ ਲੈਣਾ ਚਾਹੁੰਦੇ ਆ ਕਿ ਤੁਸੀਂ ਕੇਸ ਨੂੰ ਸੈਟਲ ਕਰਨਾ ਚਾਹੁੰਦੇ ਆ। ਇਹਨਾਂ ਦੋਨਾਂ ਵਕੀਲਾਂ ਨੇ ਆਪਣੀ ਬਿਹਤਰੀ ਦੇ ਨਾਲ ਇਹ ਸੋਚਿਆ ਕਿ ਕੇਸ ਨੂੰ ਜਿਹੜਾ ਸੈਟਲ ਕੀਤਾ ਜਾਵੇ ਤਾਂ ਸਹੀ ਆ, ਪਰ ਜੇ ਮਤਲਬ ਕਿ ਨਹੀਂ ਗਾ ਤਾਂ ਟਰਾਇਲ ਹਜੇ ਹੋਰ 6 ਮਹੀਨੇ ਲੱਗਣਗੇ। ਜਦੋਂ ਕਿਸੇ ਚੀਜ਼ ਦਾ ਟਰਾਇਲ ਚੱਲਦਾ ਉਹ ਟਾਈਮ ਹੋਰ ਲੱਗਦਾ। ਅਤੇ ਇਹਨਾਂ ਦੋਨਾਂ ਵਕੀਲਾਂ ਨੇ ਕਿਹਾ ਵੀ ਅਸੀਂ ਕੁਛ ਨਾ ਕੁਛ ਆਪਣੇ ਵਿੱਚ ਕਰਦੇ ਹਾਂ। ਇਹਨਾਂ ਨੇ ਇਨ ਫਰੰਟ ਆਫ ਦੀ ਜੱਜ ਦੇ ਜਾ ਕੇ ਆਪਸ ਵਿੱਚ ਹੀ ਨੈਗੋਸ਼ੀਏਸ਼ਨਾਂ ਕਰਕੇ, ਕਿਉਂਕਿ ਉਹ ਸਾਡੇ ਨਾਲ ਵੀ ਟੈਲੀਫੋਨ 'ਤੇ ਸੀਗਾ, ਸਾਡਾ ਵਕੀਲ ਸਾਨੂੰ ਵੀ ਪੁੱਛਦਾ ਸੀ, ਬਿਲਕੁਲ ਇਹ ਵੀ ਉੱਥੇ ਕੋਰਟ 'ਚ ਬੈਠੇ ਸੀਗੇ, ਇਹਨਾਂ ਦਾ ਵਕੀਲ ਇਹਨਾਂ ਨਾਲ ਵੀ ਕੰਸਲਟ ਕਰਦਾ ਸੀਗਾ। ਓਕੇ, ਇਹਦੀਆਂ ਜਿਹੜੀਆਂ ਟਰਮਸ ਹੈ ਉਹਦੀ ਡਿਟੇਲ ਮੈਂ ਬਾਅਦ 'ਚ ਤੁਹਾਡੇ ਤੋਂ ਹੋਰ ਲੈਣਾ ਆ। ਢਿੱਲੋਂ ਸਾਹਿਬ, ਮੈਨੂੰ ਇਹ ਦੱਸੋ ਕਿ ਅਲਟੀਮੇਟਲੀ ਇਸ ਗੱਲ ਦਾ ਐਗਰੀਮੈਂਟ ਤਾਂ ਹੈਗਾ ਹੈ ਨਾ ਕਿ ਡਿਬੇਟਸ ਔਰ ਇਹ ਬਹਿਸਾਂ ਖਤਮ ਕੀਤੀਆਂ ਜਾਣ, ਅਤੇ ਜੇ ਦੂਜੀ ਧਿਰ ਉਹ ਦੂਜੀ ਧਿਰ ਨਾ ਰਵੇ, ਸਾਰੇ ਇੱਕ ਧਿਰ ਬਣ ਜਾਣ। ਇਸ ਗੱਲ ਦੇ ਉੱਤੇ ਇੱਕ ਜਨਰਲ ਐਗਰੀਮੈਂਟ ਹੈ ਕਿ ਨਹੀਂ ਹੈ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਭ ਤੋਂ ਪਹਿਲਾਂ ਧੰਨਵਾਦੀ ਹਾਂ PTC ਦਾ, ਜਿਹੜੇ ਹਰ ਮੁੱਦੇ ਨੂੰ ਸੱਚੇ ਦਿਲ ਨਾਲ, ਸੱਚੇ ਆਪਣੀ ਸਿਆਣਪ ਨਾਲ ਸੰਗਤ ਦੇ ਅੱਗੇ ਰੱਖਦੇ ਆ। ਇਹਦੇ ਵਿੱਚ ਕੋਈ ਦੋ ਰਾਇ ਨਹੀਂ ਆ। ਹਰ ਕੋਈ ਚਾਹੁੰਦਾ ਕਿ ਹਰ ਗੁਰੂ ਘਰ ਵਿੱਚ ਸ਼ਾਂਤੀ ਦਾ ਮਾਹੌਲ ਹੋਵੇ, ਕਿਉਂਕਿ ਮੈਂ ਪਹਿਲਾਂ ਵੀ ਬੇਨਤੀਆਂ ਕੀਤੀਆਂ ਨੇ, ਦੁਬਾਰਾ ਬੇਨਤੀ ਇਹੀ ਕਰਨੀ ਚਾਹੁੰਦਾ ਕਿ ਵੇਖੋ ਆਹ ਜਿਹੜੀ ਮੇਰੇ ਤੋਂ ਪਹਿਲਾਂ ਸਾਡੇ ਸਾਬਕਾ ਪ੍ਰਧਾਨ ਸਾਹਿਬ ਨੇ ਸਾਰੀ ਡਿਟੇਲ ਦਿੱਤੀ ਆ। ਅਸੀਂ ਇਸ ਤੋਂ ਪਹਿਲਾਂ ਵੀ ਹੁਣ ਵੀ ਆਪਣੇ ਵੱਲੋਂ 2 ਵੀਕ ਦਾ ਐਗਰੀਮੈਂਟ ਕੀਤਾ ਸੀ ਇਹਨਾਂ ਨਾਲ ਕਿ ਅਸੀਂ 2 ਵੀਕ ਦਿੰਦੇ ਹਾਂ, ਵੀ ਬਾਕੀ ਕੇਸ ਤਾਂ ਸਾਰੇ ਡਿਨਾਈ ਨੇ, ਅਤੇ 2 ਵੀਕ ਲੈ ਕੇ ਜੇ ਤੁਹਾਨੂੰ ਹੋਰ ਮੈਂਬਰਸ਼ਿਪ ਚਾਹੀਦੀ ਆ, ਆਪਾਂ ਸਾਰੇ ਭਰਾ ਵਾਂ, ਸੰਗਤ ਦਾ ਇਹ ਗੁਰੂ ਘਰ ਆ। ਸੰਗਤ ਅੱਜ ਕਮੇਟੀ ਇੱਕ ਆ, ਕੱਲ੍ਹ ਨੂੰ ਦੂਜੀ ਨੇ ਆਉਣਾ। ਅਸੀਂ ਹੁਣ ਵੀ ਇਹੀ ਚਾਹੁੰਦੇ ਹਾਂ ਕਿ ਜੋ ਤਰੀਕੇ ਦੇ ਨਾਲ ਮੈਂਬਰਸ਼ਿਪ 2016 ਦੀ ਇਲੈਕਸ਼ਨ ਤੋਂ ਬਾਅਦ 2018 ਦੀ ਇਲੈਕਸ਼ਨ ਵਾਸਤੇ ਬਣੀ ਸੀ, ਗੁਰੂ ਘਰ ਵਿੱਚ ਬਕਾਇਦਾ ਤੌਰ 'ਤੇ ਮਸ਼ੀਨਾਂ ਲੱਗੀਆਂ ਸੀ, ਕੰਪਿਊਟਰ ਲੱਗੇ ਆ, ਹਰ ਕੋਈ ਇਸ ਗੁਰੂ ਘਰ ਵਿੱਚ ਆਇਆ ਵਾ,
ਹਰ ਇੱਕ ਨੂੰ ਪੂਰਾ ਅਧਿਕਾਰ ਸੀ ਵੋਟ ਬਣਾਉਣ ਦਾ। ਹੁਣ ਕਹਿ ਰਹੇ 2 ਜਣੇ ਆਪਾਂ ਇੱਧਰੋਂ ਬੈਠਣਗੇ ਜਾਂ ਗੱਲ ਕਰ ਰਹੇ ਨੇ, ਅਸੀਂ ਤਾਂ ਕਹਿੰਦੇ 2 ਥਾਂ ਦੀ ਥਾਂ 10 ਜਣੇ ਆ ਕੇ ਦੇਖਣ, ਮੂਵੀਆਂ ਬਣਾਉਣ, ਮੀਡੀਆ ਮੂਵੀਆਂ ਬਣਾਵੇ। ਅਸੀਂ ਖੁਦ ਮੂਵੀਆਂ ਬਣਾਈਆਂ ਨੇ ਪਹਿਲਾਂ ਵੀ, ਸਾਨੂੰ ਕੋਈ ਇਤਰਾਜ਼ ਨਹੀਂ। ਅਸੀਂ ਚਾਹੁੰਦੇ ਹਾਂ ਕਿ ਜੇ ਇਸ ਤਰੀਕੇ ਨਾਲ ਹੱਲ ਹੁੰਦਾ ਵਾ, ਵੋਟਾਂ ਇਹਨਾਂ ਨੇ ਹੋਰ ਬਣਾਉਣੀਆਂ ਚਾਹੁੰਦੇ ਆ, ਜੀ ਸਦਕੇ ਆਉਣ, ਆਪਣੀਆਂ ਉਹੋ ਹੀ ਵੋਟਾਂ ਬਣਾਉਣ ਜਿਹੜੀਆਂ, ਮੈਂ ਆਪਣੀ ਸੰਗਤ ਨੂੰ ਵੀ ਇਸ ਮੀਡੀਆ ਰਾਹੀਂ ਮੈਸੇਜ ਦੇਣਾ ਚਾਹੁੰਦਾ, ਜਿਹੜੀ ਇਸ ਗੁਰੂ ਘਰ ਨੂੰ ਸੰਗਤ ਬਿਲੋਂਗ ਕਰਦੀ ਆ, ਆਉਂਦੀ ਆ, ਜੀ ਸਦਕੇ ਵੋਟਾਂ ਬਣਾਉਣ ਅਤੇ ਆਪਣੀ ਵੋਟ ਦਾ ਹੱਕ ਵਰਤਣ। ਜਿਹੜੀ ਵੀ ਕੋਈ ਇਲੈਕਸ਼ਨ ਜਿੱਤਦਾ ਵਾ, ਆਪਾਂ ਇੱਕ ਦੂਜੇ ਦਾ ਸਾਰੇ ਸਾਥ ਦਈਏ ਅਤੇ ਇਹ ਜਿਹੜਾ ਗੁਰੂ ਘਰ ਆ ਇਹਨੂੰ ਹੋਰ ਅੱਗੇ ਖੜੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜੀਆਂ ਵੋਟਾਂ ਅਲਟੀਮੇਟਲੀ ਇਲੈਕਸ਼ਨ ਕਮਿਸ਼ਨ ਮਨਜ਼ੂਰ ਕਰੇਗਾ। ਓਕੇ ਕੰਗ ਸਾਹਿਬ, ਜਿਹੜਾ ਇਹ ਐਗਰੀਮੈਂਟ ਟਰਮਸ ਦਾ ਐਗਰੀਮੈਂਟ ਹੈ, ਇਹਦੇ ਵਿੱਚ ਜਿਹੜੀ ਇੱਕ ਗੱਲ ਕਲੀਅਰ ਹੁੰਦੀ ਹੈ ਉਹ ਇਹ ਹੈ ਕਿ 4 ਹਫ਼ਤੇ ਦਾ ਸਮਾਂ ਲੈ ਕੇ ਕੁਝ ਨਵੀਆਂ ਵੋਟਾਂ ਹੋਰ ਬਣਨ ਦਾ ਸਕੋਪ ਹੈ। ਇਸ ਗੱਲ ਤੇ ਤੁਹਾਨੂੰ ਕੋਈ ਇਤਰਾਜ਼ ਨਹੀਂ ਹੈ? ਇਹਦੇ ਤੇ ਵੇਖੋ ਜੀ, ਪਰਸਨਲੀ ਤੌਰ ਤੇ ਮੈਨੂੰ ਕੋਈ ਇਤਰਾਜ਼ ਨਹੀਂਗਾ, ਪਰ ਮੈਂ ਇਹ ਚਾਹੁੰਦਾ ਕਿ ਜੋ ਬੋਰਡ ਅਪਰੂਵ ਕਰੂਗਾ, ਜੋ ਕਮੇਟੀ ਅਪਰੂਵ ਕਰੇਗੀ, ਜਿਹੜੀ ਮੌਜੂਦਾ ਕਮੇਟੀ ਆ, ਕੁਲਦੀਪ ਸਿੰਘ ਢਿੱਲੋਂ ਪ੍ਰਧਾਨ ਆ, ਜਿਹੜਾ ਬੋਰਡ ਮੈਂਬਰ ਨੇ 18 ਮੈਂਬਰ ਨੇ, ਉਹ ਵਕੀਲ ਤਾਂ ਜਾ ਕੇ ਉੱਥੇ ਸਾਈਨ ਕੋਰਟ 'ਚ ਕਰੇਗਾ, ਕਿਉਂਕਿ ਕਮੇਟੀ ਦੇ ਮਤਲਬ ਕਿ ਇਕੱਲਾ ਬੰਦਾ, ਸਿੱਖ ਸੋਸਾਇਟੀ ਇੱਕ ਇਹੋ ਜਿਹੀ ਸੋਸਾਇਟੀ ਆ ਕਿ ਇਕੱਲਾ ਬੰਦਾ ਕੋਈ ਆਪਣੇ ਤੇ ਫੈਸਲਾ ਨਹੀਂ ਲੈਂਦਾ। ਜੇ ਪਰਸਨਲੀ ਤੌਰ ਤੇ ਮੈਨੂੰ ਪੁੱਛਦੇ ਆ ਤਾਂ ਮੈਨੂੰ ਕੋਈ ਇਤਰਾਜ਼ ਨਹੀਂਗਾ, ਪਰਸਨਲੀ ਤੌਰ ਤੇ ਮੈਨੂੰ ਕੋਈ ਇਤਰਾਜ਼ ਨਹੀਂਗਾ, ਕਿਉਂਕਿ ਮੈਨੂੰ ਇਤਰਾਜ਼ ਇਸ ਕਰਕੇ ਨਹੀਂਗਾ ਵੀ 3 ਵਾਰੀ ਇਹਨਾਂ ਦੇ ਕਹਿਣ ਤੇ ਮੈਂ ਅੱਗੇ ਮੈਂਬਰਸ਼ਿਪ ਵਧਾਈ ਆ, ਤੇ ਤੁਸੀਂ ਸਾਰਾ ਮੀਡੀਆ ਥੱਲੇ ਲੰਗਰ ਹਾਲ 'ਚ ਵੋਟਿੰਗ ਬਣਦੀ ਰਹੀ ਆ, ਓਪਨਲੀ ਬਣਦੀ ਰਹੀ ਆ। ਹੁਣ ਜੇ 2 ਬੰਦੇ ਆ ਕੇ ਉੱਥੇ ਬੈਠੇ ਹੋਣਗੇ, ਉੱਥੇ 10-10 ਬੰਦੇ ਬੈਠੇ ਰਹੇ, ਤੁਸੀਂ ਮੀਡੀਆ ਵਾਲੇ ਵੀ ਆਉਂਦੇ ਰਹੇ ਜੇ, ਹਰ ਇੱਕ ਬੰਦੇ ਨੂੰ ਰਿਕੁਐਸਟ ਕੀਤੀ ਜਾਂਦੀ ਰਹੀ ਆ ਵੀ ਭਾਈ ਆਪਣੀ ਆ ਕੇ ਵੋਟ ਬਣਾਓ, ਆਪਣੀ ਵੋਟ ਬਣਾਓ। ਪਰ ਮੈਂ ਹੁਣ ਫਿਰ ਆਪਣੇ ਵੀਰਾਂ ਭੈਣਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਜਿਨ੍ਹਾਂ ਨੇ ਉਦੋਂ ਵੋਟ ਨਹੀਂ ਬਣਾਈ, ਜਿਹੜੇ ਵੋਟ ਬਣਾ ਗਏ ਨੇ, ਆਪਣੀ ਗੁਰੂ ਘਰ ਦੀ ID ਲੈ ਗਏ ਨੇ, ਉਹਨਾਂ ਦੀ ਵੋਟ ਜਿਹੜੀ ਆ ਉਹ ਵੈਲਿਡ ਹੈਗੀ ਆ। ਜਿਨ੍ਹਾਂ ਨੇ ਨਹੀਂ ਬਣਾਈ, ਜਿਨ੍ਹਾਂ ਨੇ ਆਪਣੀ ਗੁਰੂ ਘਰ ਦੀ ID ਨਹੀਂ ਆ ਕੇ ਲਈ, ਜਿਨ੍ਹਾਂ ਨੇ ਆ ਕੇ ਕੈਮਰੇ ਦੇ ਮੂਹਰੇ ਅਪੀਅਰ ਨਹੀਂ ਹੋਏ, ਜਿਨ੍ਹਾਂ ਨੇ ਆਪਣੇ $10 ਦੀ ਫੀਸ ਆਪਣੀ ਨਹੀਂ ਕਟਾਈ, ਉਹ ਹੁਣ ਉਹਨਾਂ ਵਾਸਤੇ ਚਾਂਸ ਆ ਕਿ ਉਹ ਜਿਹੜੇ ਰਹਿ ਗਏ ਨੇ ਥੋੜ੍ਹੇ ਬਹੁਤੇ, ਜੋ ਵੀ ਰਹਿ ਗਏ ਨੇ ਜਿਹੜੇ ਗੁਰੂ ਘਰ 'ਚ ਆਉਂਦੇ ਨੇ, ਉਹਨਾਂ ਵਾਸਤੇ ਫਿਰ ਇਹ ਜਿਹੜਾ ਸੱਦਾ ਵਾ 4 ਵੀਕ ਵਾਸਤੇ ਹੋਣਾ। ਕਿਉਂਕਿ ਜਦੋਂ ਇਹਨੂੰ ਵਕੀਲ ਨੂੰ ਸਾਈਨ ਕਰਕੇ ਦੇਵਾਂਗੇ, ਵਕੀਲ ਕੋਰਟ 'ਚ ਰਹੇਗਾ, ਉਦੋਂ ਮਗਰੋਂ ਫਿਰ ਜਿਹੜਾ ਜੋ ਪ੍ਰੋਸੈਸ ਉਹਦੇ ਨਾਲ, ਪਰ ਇਹਦੇ 'ਚ ਜਿਹੜੀ ਕੋਈ ਅਮੈਂਡਮੈਂਟ ਕਰਨੀ ਚਾਹੂਗੀ ਬੋਰਡ, ਉਹ ਬੋਰਡ ਨੂੰ ਹੱਕ ਵਾ, ਉਹ ਕਰਕੇ ਆਪਣੇ ਵਕੀਲ ਨੂੰ ਉਹਦੀ ਰਿਕਮੈਂਡੇਸ਼ਨ ਉਹ ਦੇ ਸਕਦੀ ਹੈ। ਜਿਹੜੀਆਂ ਟਰਮਸ ਤੁਹਾਡੇ ਵੱਲੋਂ ਦੂਜੀ ਧਿਰ ਨੂੰ ਜਾਣੀਆਂ ਨੇ, ਟਰਮ ਤਾਂ ਮਤਲਬ ਕਿ ਸੇਮ ਹੀ ਨੇ, ਮਾੜਾ ਮੋਟਾ ਟਾਈਮਿੰਗ ਆ, ਰਾਤ ਨੂੰ 10 ਵਜੇ ਤੱਕ ਕੋਈ ਗੁਰੂ ਘਰ ਦੇ ਵਿੱਚ ਆ ਕੇ ਵੋਟ ਬਣਾਉਂਦਾ। ਹਾਂ, ਕਿਸੇ ਗੁਰੂ ਘਰ ਦੇ ਵਿੱਚ ਵੋਟਾਂ ਉਦੋਂ ਬਣਨੀਆਂ ਚਾਹੀਦੀਆਂ। ਕਿਸੇ ਤੇ ਸਮਾਂ 1 ਤੋਂ 10 ਵਜੇ ਤੱਕ ਦਾ ਲਿਖਿਆ ਗਿਆ। ਜਦੋਂ ਉਹ ਗਲਤ ਲਿਖਿਆ ਨਾ, 1 ਵਜੇ ਤੋਂ ਲੈ ਕੇ, ਠੀਕ ਆ, ਮੈਂ ਸਮਝਦਾ ਵੀ 5-6 ਵਜੇ ਤੱਕ ਸਹੀ ਆ, 7 ਵਜੇ ਤੱਕ ਸਹੀ ਆ, 10 ਵਜੇ ਰਾਤ ਨੂੰ ਕੌਣ ਇੱਥੇ ਵੋਟ ਬਣਾਉਂਦਾ? ਪਿਛਲੇ 2 ਘੰਟੇ ਖਤਮ ਕਰਨੇ ਤੇ ਅੱਗੇ ਸ਼ੁਰੂ ਕਰ ਦੋਗੇ। ਸਾਡੇ ਵੱਲੋਂ ਭਾਵੇਂ ਸਵੇਰੋਂ ਸ਼ੁਰੂ ਹੋ ਜਾ, ਸਾਡੇ ਵੱਲੋਂ ਭਾਵੇਂ ਉਦੋਂ ਸਵੇਰੇ ਪਹਿਲਾਂ ਮਾਰਨਿੰਗ ਤੇ ਸ਼ੁਰੂ ਹੋ ਜਾ, ਕਿਉਂਕਿ ਗੁਰੂ ਘਰ ਕੋਈ ਆਉਂਦਾ ਵਾ ਮੱਥਾ ਟੇਕਣ ਆਉਂਦਾ, ਤਾਂ ਆਪਣੀ ਮਾਰਨਿੰਗ ਦੇ ਟਾਈਮ ਤੇ ਜਦੋਂ ਸੰਗਤ ਇੱਥੇ ਹੁੰਦੀ ਆ, ਉਦੋਂ ਡਾਟੇ ਤੇ ਜੋਨ ਵੀ ਆਪਣੀਆਂ ਵੋਟਾਂ ਬਣਾ ਲੈਣ, ਸਾਨੂੰ ਉਹਦੇ 'ਚ ਕੋਈ ਇਤਰਾਜ਼ਗੀ ਨਹੀਂ। ਢਿੱਲੋਂ ਜੀ, ਕਿਹੜੇ ਦਿਨ ਤੋਂ ਇਹ ਪ੍ਰੋਸੈਸ ਸ਼ੁਰੂ ਹੋ ਸਕਦਾ ਹੈ? ਇਹਦੇ ਵਿੱਚ ਸ਼ੁੱਕਰਵਾਰ, ਸ਼ਨੀਚਰਵਾਰ, ਐਤਵਾਰ ਜੋ ਲਿਖਿਆ ਵਾ, ਉਹ ਵਾਰ ਤਿੰਨੇ ਦਿਨ ਠੀਕ ਆ, ਸਾਨੂੰ ਉਹਦੇ ਵਿੱਚ ਕੋਈ ਇਤਰਾਜ਼ ਨਹੀਂ, ਵਾਰ ਦਾ ਕੋਈ ਰੌਲਾ ਨਹੀਂ। ਤੇ 21-22 ਤਰੀਕ ਵਾਲਾ ਹਫਤਾ ਤੇ ਚੱਲਿਆ, ਹੁਣ ਇਹ ਕਦੋਂ ਸ਼ੁਰੂ ਹੋਏਗਾ ਕੰਮ? ਇਹਦੇ ਵਿੱਚ ਜਿਸ ਤਰ੍ਹਾਂ ਅਸੀਂ ਪਹਿਲਾਂ ਵੀ ਦੱਸਿਆ ਵਾ ਕਿ ਅਸੀਂ ਆਪਣੀ ਬੋਰਡ ਦੀ ਮੀਟਿੰਗ ਸੱਦਾਂਗੇ, ਕਮੇਟੀ ਦੀ ਸਾਰੇ ਸਾਡੀ ਬੋਰਡ ਬੈਠੂਗਾ, ਉਹਦੇ ਵਿੱਚ ਜੋ ਡਿਸਾਈਡ ਹੋਊਗਾ ਅਸੀਂ ਆਪਣੇ ਵਕੀਲ ਨੂੰ ਦੱਸਾਂਗੇ, ਉਸ ਦੇ ਹਿਸਾਬ ਨਾਲ ਉਹ ਪ੍ਰੋਸੀਜਰ ਸ਼ੁਰੂ ਹੋ ਜਾਏਗਾ। ਓਕੇ, ਤੁਹਾਡੇ ਕੋਲ ਅਦਾਲਤ ਦੇ ਕੋਲ ਜਵਾਬ ਦੇਣ ਦੀ ਵੀ ਕੋਈ ਡੈਡਲਾਈਨ ਹੈ? ਹਾਂ, ਇਹਦੇ ਵਿੱਚ ਇਹ ਆ ਕਿ ਸਾਡੇ ਵਕੀਲ ਨੇ 4 ਜਨਵਰੀ ਨੂੰ ਕੋਰਟ 'ਚ ਜਾ ਕੇ ਜੱਜ ਨੂੰ 4 ਜਨਵਰੀ ਤੱਕ ਹੈਗਾ ਵੀ ਉਹ ਜਦੋਂ ਮਰਜ਼ੀ, ਉਹਨਾਂ ਦੇ ਵਕੀਲ ਦੇ ਇਹਦੇ ਤੇ ਸਾਈਨ ਹੋਏ ਆ ਆਲਰੇਡੀ। 4 ਤਰੀਕ ਨੂੰ ਸਾਡੇ ਵਕੀਲ ਨੇ ਪਰਸਨਲੀ ਅਪੀਅਰ ਹੋ ਕੇ 4 ਜਨਵਰੀ ਨੂੰ ਕੋਰਟ 'ਚ ਜਾ ਕੇ ਤੇ ਸਾਈਨ ਕਰਨੇ ਆ, ਤੇ ਫਿਰ ਜੱਜ ਨੇ ਇਹਨੂੰ ਆਪਣਾ ਜਿਹੜਾ ਸਟਿਪੂਲੇਸ਼ਨ ਤੇ ਉਹਨੇ ਆਪਣੀ ਸਟੈਂਪ ਲਾਉਣੀ ਆ। ਜਿਹੜੇ ਅਗਲੇ 4 ਵੀਕ ਹੈ ਉਹ 4 ਜਨਵਰੀ ਤੋਂ ਬਾਅਦ ਸ਼ੁਰੂ ਹੋਣਗੇ। ਉਹ ਜਿਹੜੀ ਜੇ ਵੋਟਿੰਗ, ਜੇ ਅਸੀਂ ਮਤਲਬ ਇਹਦੇ ਹਿਸਾਬ ਨਾਲ ਵੋਟਿੰਗ ਜਿਹੜੀ ਆ ਸਾਡੀ, ਜਿਹੜੀ ਪਹਿਲਾਂ ਵੀ ਆਉਂਦਾ 11 ਜਨਵਰੀ ਬਣਦੀ ਆ, ਜਿਹੜਾ ਵੀ ਫਰਾਈਡੇ ਆਉਂਦਾ, ਫਰਾਈਡੇ ਸੰਡੇ ਤੋਂ 2 ਤੋਂ ਸ਼ੁਰੂ ਹੋ ਜਾਏਗੀ, ਤੇ ਉਹਦੇ ਨਾਲ ਸਾਨੂੰ ਕੋਈ ਇਤਰਾਜ਼ਗੀ ਨਹੀਂ, ਕਿਉਂਕਿ ਚੰਗਾ ਸਗਾ ਜਿਹੜੇ ਬਲਕਿ ਮੇਰੇ ਵੀਰ ਭੈਣਾਂ ਜਿਹੜੇ ਰਹਿ ਗਏ ਨੇ ਉਹ ਆ ਕੇ ਬਣਾਉਣ ਵੋਟਾਂ। ਠੀਕ ਹੈ। ਔਰ ਜਿਹੜਾ ਕੋਰਟ ਨੂੰ 20 ਫਰਵਰੀ ਨੂੰ ਰਿਸਪੌਂਡ ਕਰਨ ਦਾ ਕੰਮ ਕਿਹਾ ਗਿਆ ਆ, ਉਹ ਫਿਰ ਫਾਈਨਲ ਸੂਚੀਆਂ ਲੈ ਕੇ ਪਹੁੰਚਣ ਦੀ ਤਰੀਕ ਹੈ? ਉਹਦੇ 'ਚ ਸੂਚੀ ਨਹੀਂ ਗਈ, ਉਹਦੇ 'ਚ ਇਹ ਆ ਵੀ ਸਿਰਫ ਇਹੋ ਹੀ ਹੁੰਦੀ, ਜਿੱਦਾਂ ਹੁਣ ਸਾਡੀ ਮੈਂਬਰਸ਼ਿਪ ਜਿਹੜੀ ਅੱਗੇ ਬਣ ਚੁੱਕੀ ਆ, ਜਿਹੜੀ ਨਵੀਂ ਬਣਨੀ ਆ ਉਹਦੀ ਨਾਲ ਕਰਕੇ, ਤੇ 20 ਤਰੀਕ ਨੂੰ ਜਿਹੜੀ 20 ਫਰਵਰੀ ਨੂੰ ਆ, ਜੱਜ ਨੂੰ ਜੇ ਦੋਵੇਂ ਤਰ੍ਹਾਂ ਸੈਟੀਸਫਾਈ ਹੋਣਗੀਆਂ ਵੀ ਇੰਨੀ ਵੋਟ ਬਣੀ ਆ, ਜਿਹਦੀ ਰਿਜੈਕਟ ਹੋਏਗੀ ਉਹਦਾ ਕਾਰਨ ਦੱਸਿਆ ਜਾਊਗਾ, ਇਹਦੀ ਰਿਜੈਕਟ ਕਿਉਂ ਕੀਤੀ ਆ, ਸਮਝਿਆ ਨਹੀਂ? ਉਹ ਇਲੈਕਸ਼ਨ ਕਮਿਸ਼ਨਰ ਦੀ ਪ੍ਰੋਬਲਮ ਆ, ਉਹ ਇਲੈਕਸ਼ਨ ਕਮਿਸ਼ਨ ਦੱਸਣਗੇ ਵੀ ਇਹਦੀ ਰਿਜੈਕਟ ਕੀਤੀ ਆ, ਬੋਰਡ ਉਹਨੂੰ ਕੀ ਕਰਦਾ, ਬੋਰਡ ਉਹਨੂੰ ਐਕਸੈਪਟ ਕਰਦਾ ਜਾਂ ਨਹੀਂ ਕਰਦਾ। ਉਹ ਫਿਰ ਮੁੜ ਕੇ ਜੇ ਦੋਵੇਂ ਤਰ੍ਹਾਂ ਸੈਟੀਸਫਾਈਡ ਆ, ਤੇ ਜੇ ਨਹੀਂ ਗਿਆ 20 ਤਰੀਕ ਨੂੰ ਸੈਟੀਸਫਾਈਡ 20 ਫਰਵਰੀ ਨੂੰ, ਤਾਂ ਉਦੋਂ ਬਾਅਦ ਜੋ ਵੀ ਪ੍ਰੋਸੀਜਰ ਹੋਊਗਾ ਉਹ ਹੋਊਗਾ। ਪਰ ਮੈਂ ਇਹ ਚਾਹੁੰਦਾ ਕਿ ਗੁਰੂ ਘਰ ਜਿਹੜਾ ਸਿੱਖ ਸੋਸਾਇਟੀ ਆ,
ਇਹ ਨਾ ਕਿਸੇ ਇੱਕ ਜਾਤ ਦਾ, ਨਾ ਇੱਕ ਜਥੇਬੰਦੀ ਦਾ, ਨਾ ਇਹ ਇੱਕ ਗਰੁੱਪ ਦਾ, ਇਹ ਸੰਗਤ ਦਾ ਸਭ ਤੋਂ ਵੱਡਾ ਸਵਾਲ ਜਿਹੜਾ ਸ਼ਬਦ ਇਸਤੇਮਾਲ ਕਰਨ ਦਾ ਜੀ ਨਹੀਂ ਕਰਦਾ ਉਹ ਕਰਨਾ ਪੈ ਰਿਹਾ ਆ ਪਿਛਲੇ 4 ਸਾਲਾਂ ਤੋਂ, ਉਹ ਹੈ ਧੜਾ, ਕੰਗ ਜਾਂ ਢਿੱਲੋਂ ਧੜਾ, ਤੇ ਦੂਜੇ ਪਾਸੇ ਵੀ ਢਿੱਲੋਂ ਜਾਂ ਖੱਟੜਾ ਧੜਾ। ਇਹ ਧੜੇ ਨਾ ਹੋਣ, ਇਹਦੀ ਉਮੀਦ ਹੁਣ ਵੱਜ ਰਹੀ ਹੈ। ਸੋ ਦੋਨਾਂ ਧਿਰਾਂ ਨਾਲ ਅਸੀਂ ਗੱਲ ਕਰ ਰਹੇ ਹਾਂ, ਇੱਧਰੋਂ ਜਿਹੜੀ ਮੌਜੂਦਾ ਕਮੇਟੀ ਉਸ ਦੇ ਨਾਲ ਗੱਲ ਕਰ ਰਹੇ ਹਾਂ, ਦੂਜੇ ਪਾਸੇ ਉਹ ਕਮੇਟੀ ਜਿਹੜੀ ਚਾਹੁੰਦੀ ਹੈ ਕਿ ਅਸੀਂ ਹੋਈਏ, ਪਰ ਅਲਟੀਮੇਟ ਰਿਜ਼ਲਟ ਸੰਗਤ ਇਹ ਚਾਹੁੰਦੀ ਕਿ ਸਾਰੇ ਸਾਂਝੇ ਹੋ ਕੇ ਇੱਕ ਕਮੇਟੀ ਹੋਣ। ਸੋ ਹੁਣ ਉਮੀਦ ਦੀ ਇੱਕ ਕਿਰਨ ਜਾਗ ਰਹੀ ਹੈ ਜਿਹਦੇ 'ਚ ਹਾਂ ਪੱਖੀ ਇੱਕ ਹੁੰਗਾਰਾ ਜਿਹੜਾ ਆ ਮੌਜੂਦਾ ਕਮੇਟੀ ਵੱਲੋਂ ਦਿੱਤਾ ਜਾ ਰਿਹਾ, ਦੂਜੇ ਪਾਸਿਓਂ ਵੀ ਦਿੱਤਾ ਜਾ ਰਿਹਾ। ਸਿਰਫ ਔਰ ਸਿਰਫ ਇੰਨੇ ਕੁ ਪੇਚ ਬਾਕੀ ਨੇ ਜਿਹੜੇ ਆਡੀਅנס ਬੈਠਿਆਂ ਮੀਡੀਆ ਸਲਾਹਕਾਰ ਨੇ ਵੀ ਕਹੇ ਸੀ ਕਿ ਨਿੱਕੇ ਮੋਟੇ ਪੇਚ ਹੈ, ਜੇ ਉਹ ਹੱਲ ਹੋ ਜਾਣ ਤਾਂ ਯਕੀਨਨ ਇਸ ਗੁਰਦੁਆਰਾ ਸਾਹਿਬ ਜਿਹੜੇ ਮਾੜੇ ਇੰਸੀਡੈਂਟ ਹੋ ਚੁੱਕੇ ਨੇ, ਚਾਹੇ ਉਹ ਪੱਗਾਂ ਲੱਥਣ ਵਾਲੇ ਨੇ, ਲੜਾਈਆਂ ਵਾਲੇ ਨੇ, ਕੇਸਾਂ ਵਾਲੇ ਨੇ, ਗੁਰਦੁਆਰੇ ਦੇ ਫੰਡ ਜਾਂ ਲੋਕਾਂ ਦੇ ਆਪਣੇ ਫੰਡ ਮਿਸਯੂਜ਼ ਹੋਣ ਵਾਲੇ ਨੇ, ਕੋਰਟ ਦੇ ਵਿੱਚ ਜਾ ਕੇ ਉਹ ਸਾਰੇ ਖਤਮ ਹੋ ਜਾਣਗੇ। ਕੋਈ ਨਹੀਂ ਚਾਹੁੰਦਾ ਕਿ ਤੁਸੀਂ ਇੱਥੇ ਇੱਕ ਦੂਜੇ ਨੂੰ ਲੜਦਾ ਵੇਖੋ, ਸਭ ਇਹ ਚਾਹੁੰਦੇ ਨੇ ਕਿਉਂਕਿ ਗੁਰਦੁਆਰਾ ਇੱਥੇ ਜਦੋਂ ਤੁਸੀਂ ਪੰਜਾਬ ਤੋਂ ਬਾਹਰ ਹੋ, ਉਹ ਇਕੱਲਾ ਧਾਰਮਿਕ ਸਥਾਨ ਨਹੀਂ ਹੈ, ਉਹ ਕਮਿਊਨਿਟੀ ਸੈਂਟਰ ਹੈ। ਬਹੁਤ ਸਾਰੇ ਮਸਲੇ ਹੱਲ ਹੁੰਦੇ ਨੇ, ਤੁਸੀਂ ਇੱਕ ਲੌਬੀ ਦੇ ਤੌਰ 'ਤੇ ਖੜ੍ਹੇ ਹੁੰਦੇ ਹੋ, ਪੋਲੀਟੀਕਲ ਆਵਾਜ਼ ਦੇ ਤੌਰ 'ਤੇ ਖੜ੍ਹੇ ਹੁੰਦੇ ਹੋ ਇਸ ਮੁਲਕ ਦੇ ਵਿੱਚ ਮੁੱਖ ਧਾਰਾ ਦੇ ਸਿਆਸਤਦਾਨਾਂ ਦੇ ਮੂਹਰੇ। ਸੋ ਉਹ ਆਵਾਜ਼ ਦੱਬ ਰਹੀ ਹੈ, ਉਹ ਆਵਾਜ਼ ਘੱਟ ਰਹੀ ਹੈ ਆਪਸੀ ਲੜਾਈ ਦੇ ਕਰਕੇ। ਸੋ ਉਮੀਦ ਇਹੋ ਹੈ, ਔਰ ਅਗਲੀ ਵਾਰ ਫਿਰ ਕਿਸੇ ਹੋਰ ਇਸ਼ੂ ਦੇ ਨਾਲ ਗੱਲਬਾਤ ਕਰਦੇ ਹੋਏ ਤੁਹਾਨੂੰ ਮਿਲਾਂਗੇ। ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਨੂੰ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਦੇ ਵਿੱਚ ਮੌਜੂਦਾ ਪ੍ਰਬੰਧ ਸਾਂਭ ਰਹੀ ਟੀਮ ਦੇ ਨਾਲ ਮੁਲਾਕਾਤ ਕਰਵਾਈ ਹੈ, ਔਰ ਹੁਣ ਦੂਜੇ ਪਾਸੇ ਪਿਛਲੇ 4 ਸਾਲ ਤੋਂ ਜਿਹੜੇ ਪਟੀਸ਼ਨਰ ਨੇ ਜਿਨ੍ਹਾਂ ਨੇ ਕੋਸ਼ਿਸ਼ ਕੀਤੀ ਹੋਈ ਹੈ ਕਿ ਉਹਨਾਂ ਦੀ ਟੀਮ ਵੱਲੋਂ ਵੀ ਸੇਵਾ ਪ੍ਰਬੰਧਾਂ ਦੇ ਵਿੱਚ ਹਿੱਸਾ ਪੈ ਸਕੇ, ਉਹ ਇਸ ਵੇਲੇ ਕੀ ਕਹਿੰਦੇ ਨੇ, ਕੋਰਟ ਵੱਲੋਂ ਕਿਹੜੀਆਂ ਗੱਲਾਂ ਹੋਈਆਂ ਨੇ ਉਹਦੇ ਵੱਲ ਚੱਲਦੇ ਹਾਂ। ਇਸ ਵੇਲੇ ਹਰਬੰਸ ਸਿੰਘ ਢਿੱਲੋਂ ਸਾਡੇ ਨਾਲ ਮੌਜੂਦ ਨੇ, ਉਹਨਾਂ ਦੀ ਟੀਮ ਦੇ ਮੈਂਬਰਸ ਵੀ ਸਾਡੇ ਨਾਲ ਮੌਜੂਦ ਨੇ। ਢਿੱਲੋਂ ਸਾਹਿਬ, ਪਹਿਲਾਂ ਤਾਂ ਇਹ ਦੱਸੋ ਕਿ ਮੌਜੂਦਾ ਸਮੇਂ ਦੇ ਵਿੱਚ ਜਿਹੜਾ ਪਿਛਲੇ 4 ਸਾਲ ਤੋਂ ਇਹ ਰੌਲਾ ਚੱਲਿਆ ਆ ਰਿਹਾ, ਜਿਹਦੇ ਵਿੱਚ ਬਦਨਾਮੀ ਵੀ ਹੋਈ, ਪੱਗਾਂ ਲੱਥਣ ਤੱਕ ਦੀ ਗੱਲ ਵੀ ਹੋਈ, ਮੈਂ ਉਹਦੇ ਬਾਰੇ ਹੁਣੇ ਗੱਲ ਕਰਕੇ ਆਇਆ ਗੁਰਦੇਵ ਸਿੰਘ ਕੰਗ ਹੋਰਾਂ ਦੇ ਨਾਲ। ਉਹਨਾਂ ਦਾ ਕਹਿਣਾ ਹੈ ਕਿ ਉਹ ਸਮਝੌਤੇ ਨੂੰ ਤਿਆਰ ਨੇ ਤੇ ਸਿਰਫ ਉਹਨਾਂ ਦੇ ਬੋਰਡ ਦੇ ਵਿਚਕਾਰ ਗੱਲਬਾਤ ਬਾਕੀ ਹੈ। ਸੋ ਹੁਣ ਅਦਾਲਤ ਦੇ ਵੱਲੋਂ ਤੁਹਾਨੂੰ ਕੀ ਇੰਸਟਰਕਸ਼ਨ ਹੋਈ ਹੈ, ਤੁਹਾਡੇ ਵਕੀਲਾਂ ਨੇ ਆਪਸ 'ਚ ਕੀ ਗੱਲਬਾਤ ਕੀਤੀ ਹੈ, ਥੋੜ੍ਹਾ ਆਪਣਾ ਪੱਖ ਕਲੀਅਰ ਕਰੋਗੇ? ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਭ ਤੋਂ ਪਹਿਲਾਂ ਸੰਗਤ ਨੂੰ ਪੂਰੀ ਇਨਫੋਰਮੇਸ਼ਨ ਦੇਣੀ ਚਾਹੁੰਦਾ, ਜਿਹੜੀ ਅੱਜ ਤੱਕ ਕਦੀ ਵੀ ਪੂਰੀ ਇਨਫੋਰਮੇਸ਼ਨ ਸੰਗਤ ਤੱਕ ਨਹੀਂ ਪਹੁੰਚਦੀ। ਇਹ ਜਿਹੜੀਆਂ 2016 ਦੇ ਵਿੱਚ ਵੋਟਾਂ ਗੁਰਦੁਆਰੇ ਦੀਆਂ ਸਿੱਖ ਕਲਚਰ ਸੁਸਾਇਟੀ ਦੀਆਂ ਬਣੀਆਂ ਸੀ, ਉਹ ਤਕਰੀਬਨ 80-100 ਵੋਟ ਜਿਹੜੀ ਕਰੈਕਟ ਬਣੀ ਸੀਗੀ, ਅਤੇ ਤਕਰੀਬਨ 9000 ਐਪਲੀਕੇਸ਼ਨ ਆਈਆਂ ਸੀ, ਜਿਹਦੇ ਵਿੱਚੋਂ 800 ਬੰਦਿਆਂ ਨੂੰ ਅਸੀਂ ਚਿੱਠੀਆਂ ਪਾਈਆਂ ਵੀ ਆਪਣੀ ਆ ਕੇ ਤੁਹਾਡੇ ਫਾਰਮ ਨਹੀਂ ਕੰਪਲੀਟ, ਅਤੇ ਆ ਕੇ ਆਪਣੇ ਫਾਰਮ ਕੰਪਲੀਟ ਕਰੋ। ਉਹ 'ਚ ਜਿੰਨੇ ਬੰਦੇ ਵਾਪਸ ਆਏ ਉਹਨੂੰ ਐਡ ਕਰਕੇ ਤੇ ਤਕਰੀਬਨ 80-100 ਜਿਹੜੀ ਵੋਟ ਆ ਉਹ ਆਈ। ਪਰ ਜਿਹੜੀ ਮੌਜੂਦਾ ਇਸ ਵੇਲੇ ਕਮੇਟੀ ਆ, ਉਹਨਾਂ ਵਿੱਚੋਂ ਬਹੁਤ ਸਾਰੇ ਬੰਦਿਆਂ ਨੇ ਜਿਹੜੇ ਮੈਨੇਜਮੈਂਟ ਆ, ਉਹਨਾਂ ਨੇ ਕਿਹਾ ਵੀ ਇੱਕ ਕਮਿਊਨਿਟੀ ਦੀ ਤੁਸੀਂ ਵੋਟ ਕੱਟੋ, ਉਹਦੀ ਵੋਟ ਸਿਰਫ 250 ਤੋਂ 350 ਰਹਿਣ ਦਿਓ, ਬਾਕੀ ਸਾਰੀਆਂ ਵੋਟਾਂ ਕੱਟ ਦਿਓ। ਮੈਂ ਕੰਪਲੀਟ ਇਹ ਤੋਂ ਇਨਕਾਰ ਕੀਤਾ। ਪਰ ਫਿਰ ਉਸ ਤੋਂ ਬਾਅਦ ਜਿਹੜੀ ਕਮੇਟੀ ਆ, ਉਹਨਾਂ ਨੇ ਬਹੁਤ ਵੱਡਾ ਗਲਤ ਕੰਮ ਕੀਤਾ ਜਿਹੜਾ ਅੱਜ ਤੱਕ ਸਿੱਖ ਕਲਚਰ ਸੁਸਾਇਟੀ ਦੀ ਹਿਸਟਰੀ ਵਿੱਚ ਨਹੀਂ ਹੋਇਆ। ਉਹਨਾਂ ਨੇ ਵਨ ਸਾਈਡ ਇਲੈਕਸ਼ਨ ਕਰਕੇ ਆਪਣੇ 2 ਗਰੁੱਪ ਖੜੇ ਕਰਕੇ ਤੇ ਇਲੈਕਸ਼ਨ ਕਰਾ ਕੇ ਜਿਹੜਾ ਕੁਲਦੀਪ ਸਿੰਘ ਢਿੱਲੋਂ ਨੂੰ ਪ੍ਰਧਾਨ ਬਣਾਤਾ। ਜਦੋਂ ਇਹ ਤਕਰੀਬਨ 2 ਸਾਲ ਹੋ ਚੱਲੇ ਆ ਕੁਲਦੀਪ ਢਿੱਲੋਂ ਨੂੰ ਪ੍ਰਧਾਨ ਬਣੇ ਨੂੰ, ਅੱਜ ਤੱਕ ਵੀ ਕੋਰਟ ਦੇ ਵਿੱਚ ਕੋਈ ਵੀ ਲੀਗਲ ਕਮੇਟੀ ਨੂੰ ਸਟੈਂਪ ਨਹੀਂ ਲੱਗੀ, ਨਾ ਬੋਪਾਰਾਏ ਕਮੇਟੀ ਨੂੰ ਸਟੈਂਪ ਲੱਗੀ ਅਤੇ ਨਾ ਹੀ ਉਹ ਕੁਲਦੀਪ ਢਿੱਲੋਂ ਦੀ ਜਿਹੜੀ ਲੀਗਲ ਹੋਣ ਦੀ ਕਮੇਟੀ ਨੂੰ ਸਟੈਂਪ ਲੱਗੀ। ਨਾ ਹੀ ਇਹ ਵੋਟ ਨੂੰ ਜਿਹੜੀ 80-100 ਵੋਟ ਆ, ਇਹਨੂੰ ਰਿਜੈਕਟ ਕੀਤਾ ਗਿਆ ਕੋਰਟ ਦੇ ਵਿੱਚ ਅੱਜ ਤੱਕ। 2000 ਸਹੀ ਹੁਣ ਜਿਹੜੀ ਕੋਰਟ ਦੇ ਵਿੱਚ ਕੰਮ ਚੱਲ ਰਿਹਾ, ਇਹਨਾਂ ਨੇ ਵਨ ਸਾਈਡ ਕਰਕੇ ਤੇ ਜਿਹੜਾ ਗੁਰਦੁਆਰੇ 'ਤੇ ਕਬਜ਼ਾ ਕਰ ਲਿਆ। 2 ਸਾਲ ਤੋਂ ਜਿਹੜੀ ਇਹ ਕਮੇਟੀ ਆ, ਇਹ ਅਨਲੀਗਲ ਚੱਲੀ ਆਉਂਦੀ ਆ। ਕੋਰਟ 'ਚ ਮੰਨਦੇ ਆ ਵੀ ਕੋਰਟ 'ਚ ਬੜੇ ਕੇਸ ਫੇਲ ਹੋਏ, ਕੁਝ ਕੇਸ ਫੇਲ ਹੋਏ। ਅਸੀਂ ਨਹੀਂ ਕਹਿੰਦੇ ਵੀ ਸਾਡੇ ਸਾਰੇ ਕੇਸ ਪਾਸ ਹੋਏ, ਬਹੁਤ ਪਹਿਲੋਂ ਅਸੀਂ 3-4 ਵਾਰ ਜਿੱਤੇ ਵੀ ਆ, ਉਸ ਤੋਂ ਬਾਅਦ ਜਿਹੜਾ 5-4 ਕੇਸ ਸਾਡੇ ਅਸੀਂ ਡਿਨਾਈਡ ਵੀ ਹੋਏ ਆ। ਪਰ ਜਿਹੜਾ ਇੱਕ ਕੇਸ ਚੱਲਦਾ, ਜਿੱਦਾਂ ਪਿਛਲੀ ਵਾਰੀ ਵੀ ਇਹ ਕਹਿੰਦੇ ਸੀ ਵੀ ਕੋਰਟ ਦੇ ਵਿੱਚ ਤਾਂ ਕੇਸ ਹੀ ਹੈ ਨਹੀਂ, ਕੋਰਟ ਦੇ ਵਿੱਚ 17 ਤਰੀਕ ਸੀ, ਇਹਨਾਂ ਦੇ ਵਕੀਲ ਨੇ ਉਹ ਡੇਟ ਜਿਹੜੀ ਉਹ 19 ਲਈ। 19 ਤਰੀਕ ਨੂੰ ਕੋਰਟ ਦੇ ਵਿੱਚ ਸਾਡੇ ਗਰੁੱਪ ਵੱਲੋਂ ਤਕਰੀਬਨ 10 ਤੋਂ 12 ਬੰਦੇ ਗਏ ਸੀ, ਜਦੋਂ ਕਿ ਕੋਰਟ ਨੇ ਬਹੁਤ ਗਰੁੱਪ ਦੇ ਵਕੀਲ ਦੋਨੋਂ ਉੱਥੇ ਸੱਦੇ ਸੀ, ਪਰ ਇਹਨਾਂ ਦੇ ਗਰੁੱਪ ਦਾ ਕੋਈ ਵੀ ਬੰਦਾ ਉੱਥੇ ਨਹੀਂ ਗਿਆ। ਤੇ ਜੱਜ ਨੇ ਬਾਰ-ਬਾਰ ਕਿਹਾ ਵੀ ਜਦ ਇਹ ਇਸ ਗਰੁੱਪ ਦੇ ਬੰਦੇ ਆਏ ਤੇ ਤੁਹਾਡੇ ਗਰੁੱਪ ਦੇ ਬੰਦੇ ਕਿਉਂ ਨਹੀਂ ਆਏ ਇੱਥੇ ਕੋਰਟ ਦੇ ਵਿੱਚ। ਬਾਵਜੂਦ ਜਦੋਂ ਜੱਜ ਨੇ ਦੋਨਾਂ ਵਕੀਲਾਂ ਨੂੰ ਕਿਹਾ ਵੀ ਆਹ ਫੈਸਲਾ ਅਸੀਂ ਐਗਰੀ ਹੋ ਗਏ, ਇਹਨਾਂ ਦਾ ਵਕੀਲ ਕਹਿੰਦਾ ਮੇਰਾ ਗਰੁੱਪ ਨਹੀਂ ਆਇਆ। ਉਹਨੂੰ ਟਾਈਮ ਦੇ ਦਿੱਤਾ ਵੀ ਤੂੰ ਆਪਣੇ ਗਰੁੱਪ ਨਾਲ ਗੱਲ ਕਰਕੇ, ਪਰ ਉਹ ਜਿਹੜੇ ਸਾਈਨ ਜੱਜ ਨੇ ਕਰ ਦਿੱਤੇ, ਜਿਹੜਾ
ਉਹ ਜਿਹੜਾ ਐਗਰੀਮੈਂਟ ਹੋਇਆ ਇਸ ਵੇਲੇ ਜਿਹਨੂੰ ਸਟੈਪੂਲੇਸ਼ਨ ਕਹਿੰਦੇ ਆ ਓਕੇ ਮੈਨੂੰ ਇੱਕ ਪਹਿਲੀ ਗੱਲ ਤਾਂ ਇਹ ਦੱਸੋ, ਦੋ ਚੀਜ਼ਾਂ ਦਾ ਸਵਾਲ। ਇੱਕ ਤੇ ਉਹਨਾਂ ਦੀ ਟੀਮ ਵੱਲੋਂ ਇਹ ਸਾਫ਼ ਕਿਹਾ ਗਿਆ ਹੈ ਕਿ ਜਿਹੜੀ ਸਾਡੀ ਇਲੈਕਸ਼ਨ ਹੋਈ ਸੀ ਉਹ ਲੀਗਲ ਸੀਗੀ, ਔਰ ਉਸ ਵੇਲੇ ਤੁਹਾਡੀ ਟੀਮ ਦੇ ਲੋਕ ਬੈਠੇ ਸੀਗੇ ਜਦੋਂ ਮਸ਼ੀਨਾਂ ਦੇ ਉੱਤੇ ਵੋਟਾਂ ਬਣ ਰਹੀਆਂ ਸੀ ਇਲੈਕਸ਼ਨ ਕਮਿਸ਼ਨ ਦੇ ਕੋਲ। ਤੁਸੀਂ ਉਸ ਵੋਟਿੰਗ ਲਿਸਟ ਨੂੰ ਸਹੀ ਮੰਨਦੇ ਹੋ ਜਾਂ ਉਸ ਤੋਂ ਵੀ ਪੁਰਾਣੀ ਵੋਟਿੰਗ ਲਿਸਟ 8200 ਵੋਟਾਂ ਵਾਲੀ ਨੂੰ ਸਹੀ ਮੰਨਦੇ ਹੋ? ਤੇ ਦੂਜੀ ਗੱਲ ਇਹ ਹੈ ਕਿ ਇਸ ਵੇਲੇ ਜੋ ਕੋਰਟ ਦੇ ਵਿੱਚ ਗੱਲ ਹੋਈ ਹੈ ਉਹ ਕੋਰਟ ਦਾ ਹੁਕਮ ਹੈ, ਸਿਰਫ ਵਕੀਲਾਂ ਦਾ ਆਪਸੀ ਸਮਝੌਤਾ ਹੈ? ਦੇਖੋ, ਜੱਜ ਦੇ ਸਾਹਮਣੇ ਦੋਨਾਂ ਵਕੀਲਾਂ ਨੇ ਇਹ ਚੀਜ਼ ਨੂੰ ਐਗਰੀ ਕੀਤਾ। ਇਹ ਇਕੱਲਾ ਵਕੀਲਾਂ ਦਾ ਸਮਝੌਤਾ ਨਹੀਂਗਾ, ਇਹ ਇੰਕਲੂਡ ਜੱਜ ਦਾ ਫੈਸਲਾ ਹੈ ਸਭ ਕੁਝ। ਜਦੋਂ ਉਹਨਾਂ ਵਕੀਲਾਂ ਦਾ ਜਿਹੜੀ ਤੁਸੀਂ 8200 ਦੀ ਮੈਂਬਰਸ਼ਿਪ ਦੀ ਗੱਲ ਕਰਦੇ ਆ, ਉਹਦੇ ਲਈ TP ਸਿੰਘ ਕੋਰਟ ਦੇ ਵਿੱਚ ਗਿਆ ਕੇਸ ਸਾਡੇ, ਉਹਦੇ ਵਿੱਚ ਕੰਗ ਨੇ ਬਹੁਤ ਬੰਦੇ ਭੇਜੇ ਵੀ ਇਹ ਮੈਂਬਰਸ਼ਿਪ ਲਿਸਟ ਗਲਤ ਨਹੀਂ ਗੀ, ਗਲਤ ਆ। ਪਰ ਉਹ ਗਲਤ ਅੱਜ ਤੱਕ ਕੋਰਟ ਦੇ ਵਿੱਚ ਕਿਤੇ ਮੈਨੂੰ ਕੋਈ ਲਿਖਿਆ ਦਿਖਾਵੇ। ਗੁਰਮੇਲ ਹੁਣਾਂ ਦਾ ਕੇਸ ਜਿਹੜਾ ਗੁਰਪੇਲ ਤੇ TP ਸਿੰਘ ਦਾ, ਉਹ ਵੀ ਡਿਨਾਈਡ ਹੋ ਗਿਆ। ਉਸੇ ਮੈਂਬਰਸ਼ਿਪ ਤੇ ਇਹਨਾਂ ਨੇ ਇਲੈਕਸ਼ਨ ਕਰਾਈ, ਪਰ ਸਾਨੂੰ ਨਹੀਂ ਪਤਾ ਉਹ 'ਤੇ 2000 ਇਹਨਾਂ ਮੈਂਬਰਸ਼ਿਪ ਲਈ, 1600 ਲਈ। ਇਹਨਾਂ ਨੂੰ ਤਾਂ ਟੋਟਲ ਵੋਟ ਹੀ 1200-1300 ਪਈ। ਜੇ 8200 ਵੋਟ, ਇਹ ਕਿੱਦਾਂ ਕਹਿ ਸਕਦੇ ਵੀ 1200 ਵੋਟ ਪਈ ਉੱਤੇ? ਜਿਹੜੀ ਗੱਲ ਸਹੀ ਗੱਲ ਕਰਦੇ ਆ ਜਿੱਦਾਂ ਹੋਣਿਆ, ਹੁਣ ਸਾਡੇ ਗਰੁੱਪ ਨੇ ਤਾਂ ਆਪਣੀ ਵੋਟ ਬਣਾ ਕੇ ਅਸੀਂ ਕੋਰਟ ਦੇ ਵਿੱਚ ਦਿੱਤੀ ਆ, ਇਹਨਾਂ ਨੇ ਆਪਣੀ ਬਣਾ ਲਈ, ਸਾਨੂੰ ਨਹੀਂ ਪਤਾ ਕਿੰਨੀ ਆ। ਪਰ ਜਿਹੜਾ ਹੁਣ ਫੈਸਲਾ ਆਇਆ ਉਹਦੇ ਵਿੱਚ ਜੱਜ ਨੇ ਕਲੀਅਰ ਲਿਖਿਆ ਵੀ ਜਿਹੜਾ 7 ਦਿਨਾਂ ਦੇ ਵਿੱਚ ਇਹਨਾਂ ਨੇ ਸਾਨੂੰ ਜਿਹੜੀ ਮੈਂਬਰਸ਼ਿਪ ਇਹਨਾਂ ਬਣਾਈ ਆ ਉਹ ਲਿਸਟ ਦੇਣ। ਉਹ ਇਸ ਕਰਕੇ ਇਹਨਾਂ ਦਾ ਵਕੀਲ ਕਹਿੰਦਾ ਸਾਡੇ ਕੋਲ ਟਾਈਮ ਬਹੁਤ ਘੱਟ ਆ, ਪਰ ਸਾਡੇ ਵਕੀਲ ਨੇ ਇਹ ਗੱਲ ਉੱਥੇ ਕਹੀ ਵੀ ਜੇ ਤੁਹਾਡੇ ਕੋਲ ਟਾਈਮ ਘੱਟ ਆ ਤਾਂ ਤੁਸੀਂ ਇਲੈਕਸ਼ਨ ਕਿੱਦਾਂ ਕਰਾਉਣੀ ਸੀ? 2 ਦਿਨ ਪਹਿਲਾਂ ਤੁਹਾਡੀ ਇਲੈਕਸ਼ਨ ਸਟਾਪ ਕੀਤੀ ਆ ਜੱਜ ਨੇ। ਔਰ ਜਿਹੜੇ ਕੇਸ ਅਸੀਂ ਹਾਰੇ ਆ ਉਹਦੇ ਵਿੱਚ ਇੱਕ ਗੱਲ ਕਲੀਅਰ ਅਜੇ ਤੱਕ ਵੀ ਆ ਵੀ ਜਿਹੜੀ ਸਾਡੀ ਉਹਨਾਂ ਜਿਹੜਾ ਨੇ ਇਹਨਾਂ ਦੀ ਇਲੈਕਸ਼ਨ ਤੇ ਸਟਾਪ ਕੀਤਾ ਸੀ, ਉਹਨਾਂ ਕੇਸਾਂ ਦੇ ਵਿੱਚ ਵੀ ਸਾਡਾ ਕੇਸ ਜਿਹੜਾ ਉਹ ਜਿਹੜੀ ਇਹਨਾਂ ਦੀ ਇਲੈਕਸ਼ਨ ਇਲੈਕਸ਼ਨ ਉਹਨਾਂ ਕਿਹਾ ਵੀ ਨਹੀਂ ਹੋ ਸਕਦੀ, ਇਲੈਕਸ਼ਨ ਉੱਤੇ ਵੀ ਸਟਾਪ ਆ। ਇਸ ਕਰਕੇ 17 ਤਰੀਕ ਦੀ ਜਗ੍ਹਾ 19 ਆਈ ਤੇ 19 ਨੂੰ ਜਿਹੜਾ ਹੁਣ ਫੈਸਲਾ ਆਇਆ, ਇਹਨਾਂ ਨੇ 7 ਦਿਨਾਂ ਦੇ ਵਿੱਚ ਸਾਨੂੰ ਮੈਂਬਰਸ਼ਿਪ ਦੀ ਲਿਸਟ ਦੇਣੀ ਜਿਹੜੀ ਇਹਨਾਂ ਨੇ ਕੀਤੀ ਆ। ਉਹ ਸਾਡੇ ਮੈਂਬਰਾਂ ਨੇ ਜਿਹੜੇ ਕੋਰਟ 'ਚ ਸਾਡੇ 2 ਮੈਂਬਰ ਪਾਏ, ਉਹਨਾਂ ਨੂੰ ਰਿਵਿਊ ਕਰਨੀ ਆ ਵੀ ਇਹਦੇ 'ਚ ਸਾਰੀਆਂ ਵੋਟਾਂ ਸਹੀ ਆ ਕਿ ਗਲਤ ਆ। ਉਹ ਅਸੀਂ 20 ਫਰਵਰੀ ਤੱਕ ਕੋਰਟ ਦੇ ਵਿੱਚ ਦੇਣੀਆਂ। ਜਿਹੜੀ ਹੁਣ ਗੁਰਦੁਆਰੇ ਦੇ ਵਿੱਚ ਕਿਹਾ 10 ਫਰਵਰੀ ਤੋਂ ਜਿਹੜੀ ਮੈਂਬਰਸ਼ਿਪ ਸ਼ੁਰੂ ਹੋਣੀ ਆ, ਫਰਾਈਡੇ, ਸੈਚਰਡੇ ਐਂਡ ਸੰਡੇ, ਉਹ 1 ਵਜੇ ਤੋਂ ਰਹਿ ਕੇ ਰਾਤ ਦੇ 10 ਵਜੇ ਤੱਕ ਮੈਂਬਰਸ਼ਿਪ ਖੁੱਲ੍ਹਣੀ ਆ। ਉਹ 'ਚ 2 ਬੰਦੇ ਸਾਡੇ ਆ ਤੇ ਜਿਹੜੇ ਬੰਦੇ ਇਹਨਾਂ ਦੇ ਵੋਟਾਂ ਬਣਾਉਣ ਵਾਲੇ ਸਾਡੇ ਬੰਦੇ ਉੱਥੇ ਚੈੱਕ ਕਰਨਗੇ ਵੀ ਕਿਹੜੇ ਬੰਦੇ ਦੀ ਵੋਟ ਇਹ ਸਹੀ ਬਣਾਉਂਦੇ ਕਿ ਨਹੀਂ ਬਣਾਉਂਦੇ। ਸਾਨੂੰ ਉੱਥੇ ਕੋਈ ਵੀ ਝਗੜਾ ਨਹੀਂ ਕਰਨਾ, ਉਹ ਕੋਰਟ ਦੇ ਵਿੱਚ ਹੀ ਅਸੀਂ 20 ਫਰਵਰੀ ਨੂੰ ਜਾ ਕੇ ਦੱਸਣਾ ਵੀ ਇੰਨੀਆਂ ਵੋਟਾਂ ਇਹਨਾਂ ਨੇ ਗਲਤ ਬਣਾਈਆਂ। ਦੂਸਰਾ, ਜਦੋਂ 20 ਤਰੀਕ ਨੂੰ ਅਸੀਂ ਸਾਰੀ ਮੈਂਬਰਸ਼ਿਪ ਇਕੱਠੀ ਲੈ ਕੇ ਜਾਂਦੇ ਆ, ਉਸ ਮੈਂਬਰਸ਼ਿਪ ਦੇ ਜੱਜ ਨੇ ਗਾਹਾਂ ਫੈਸਲਾ ਕਰਨਾ ਵੀ ਇਲੈਕਸ਼ਨ ਕਦੋਂ ਹੋਣੀ ਹੈ। ਓਕੇ, ਮੈਨੂੰ ਇਹ ਦੱਸੋ ਕਿ ਜਿਹੜੀ ਮੌਜੂਦਾ ਨਵੀਂ ਵੋਟ ਬਣਨ ਦਾ ਪ੍ਰੋਸੈਸ ਸ਼ੁਰੂ ਹੋ ਰਿਹਾ, ਉਹਦੇ 'ਚ ਉਹ ਵੀ ਰਾਜ਼ੀ ਨੇ, ਸਿਰਫ ਥੋੜ੍ਹਾ ਜਿਹਾ ਟਾਈਮ ਦਾ ਫਰਕ ਆ, ਉਹ ਕਿਹੜਾ ਚਾਹ ਰਹੇ, ਤੁਸੀਂ ਕਿਹੜਾ ਚਾਹ ਰਹੇ ਹੋ। ਪਰ ਉਸ ਤੋਂ ਪਹਿਲਾਂ ਉਹਨਾਂ ਮੁਤਾਬਕ ਜਿਹੜੀ ਪੁਰਾਣੀ ਵੋਟਰ ਸੂਚੀ ਹੈ ਉਹ ਆਪਣੀ ਥਾਵੇਂ ਰਹੇਗੀ, ਇਕੱਲੀਆਂ ਨਵੀਆਂ ਵੋਟਾਂ ਬਣਨਗੀਆਂ। ਤੁਸੀਂ ਪੁਰਾਣੀ ਵੋਟਰ ਸੂਚੀ ਨੂੰ ਵੀ ਚੈਲੰਜ ਕਰ ਰਹੇ ਹੋ ਜਾਂ ਤੁਸੀਂ ਨਵੀਆਂ ਵੋਟਾਂ ਜਿਹੜੀਆਂ ਆ ਸਿਰਫ ਪੁਰਾਣੀ ਦੇ ਵਿੱਚ ਐਡ ਕਰੋਗੇ? ਉਹਨਾਂ ਨੇ ਦੇਖੋ ਜੀ, ਅਸੀਂ ਇਹਨਾਂ ਦੀ ਵੀ ਮੈਂਬਰਸ਼ਿਪ ਜਿੱਦਾਂ 3000, ਇਹ ਬਾਹਰ ਰੌਲਾ ਵੀ ਇਹਨਾਂ ਨੇ 3000 ਮੈਂਬਰਸ਼ਿਪ ਬਣਾਈ, ਪਰ ਸਾਨੂੰ ਨਹੀਂ ਪਤਾ ਵੀ ਕਿੰਨੀ ਮੈਂਬਰਸ਼ਿਪ। ਅਸੀਂ ਤਕਰੀਬਨ 2950 ਮੈਂਬਰਸ਼ਿਪ ਕੋਰਟ ਨੇ ਬਣਾ ਕੇ ਦਿੱਤੀ ਆ, ਪਰ ਅਸੀਂ ਜਿਹੜੀ ਇਹਨਾਂ ਦੀ ਮੈਂਬਰਸ਼ਿਪ ਆ ਜਿਹੜੀ ਇਹਨਾਂ ਨੇ ਬਣਾਈ ਹੋਈ ਆ ਉਹ ਕੋਰਟ ਨੇ ਡਿਨਾਈਡ ਨਹੀਂ ਕੀਤੀ। ਅਸੀਂ ਬਿਲਕੁਲ ਸਹੀ ਇਨਫੋਰਮੇਸ਼ਨ ਦੇਵਾਂਗੇ, ਪਰ ਉਹ 'ਤੇ ਸਾਨੂੰ ਚੈੱਕ ਕਰਨ ਵਾਸਤੇ ਸਾਨੂੰ 2 ਬੰਦਿਆਂ ਨੂੰ ਅਥੋਰਾਈਜ਼ ਕੀਤਾ ਵੀ ਇਹ ਮੈਂਬਰਸ਼ਿਪ ਤੁਸੀਂ ਚੈੱਕ ਕਰ ਸਕਦੇ ਆ, ਇਹ ਸਹੀ ਆ ਕਿ ਗਲਤ ਬਣੀ ਆ। ਪਰ ਸਾਡੀਆਂ ਸਾਰੀਆਂ ਵੋਟਾਂ ਜਿਹੜੀਆਂ ਉਹ 4 ਵੀਕ ਖੁੱਲ੍ਹਣੀਆਂ। 4 ਵੀਕਾਂ ਦੇ ਵਿੱਚ ਅਸੀਂ 1 ਤੋਂ 3 ਦਿਨ ਵੀਕ ਦੇ ਵਿੱਚ ਟਾਈਮ ਆ, 1 ਤੋਂ ਲੈ ਕੇ 10 ਵਜੇ ਤੱਕ। ਉੱਥੇ ਕੱਲਾ ਆਦਮੀ ਸੈਚਰਡੇ, ਫਰਾਈਡੇ, ਸੈਚਰਡੇ, ਸੰਡੇ ਸਾਡਾ ਕੱਲਾ ਆਦਮੀ ਆਊਗਾ, ਉੱਥੇ ਆਪਣਾ ਫਾਰਮ ਭਰੂਗਾ ਤੇ ਉਹ ਜਿਹੜਾ ਇਲੈਕਸ਼ਨ ਕਮਿਸ਼ਨ ਨੂੰ ਉੱਥੇ ਫਾਰਮ ਆਪਣਾ ਦੇ ਕੇ ਜਿਹੜੀ ਉਸ ਵੇਲੇ ਉਹਦੀ ID ਬਣਾ ਕੇ ਉਹ ਉਸੇ ਵੇਲੇ ਉਹਨੂੰ ਦੇਣਗੇ। ਓਕੇ, ਇੱਕ ਇਸ਼ੂ ਲਗਾਤਾਰ ਹਮੇਸ਼ਾ ਇਹਨਾਂ ਵੋਟ ਸੂਚੀਆਂ ਦੇ ਵਿੱਚ ਆਉਂਦਾ ਹੈ ਕਿ ਜਿਹੜਾ ਐਕਟਿਵ ਮੈਂਬਰ ਹੈ ਗੁਰਦੁਆਰਾ ਸਾਹਿਬ ਦਾ, ਉਹ ਐਕਟਿਵ ਮੈਂਬਰ ਕਿੱਦਾਂ ਡਿਸਾਈਡ ਹੋਏਗਾ, ਉੱਤੇ ਆਬਜੈਕਸ਼ਨ ਕਿੱਦਾਂ ਲੱਗੇਗੀ? ਨਹੀਂ, ਆਬਜੈਕਸ਼ਨ ਤੇ ਤਾਂ ਲੱਗਣੀ ਆ ਵੀ ਜਿਹੜੀ ਸਿੱਖੀ ਦੇ ਵਿੱਚ ਜਿਹੜਾ ਸਿੱਖ ਕਲਚਰ ਸੋਸਾਇਟੀ ਦੇ ਵਿੱਚ ਆ, ਉਹਦੇ ਵਿੱਚ ਇੱਕ ਗੱਲ ਕਲੀਅਰ ਆ ਵੀ ਅਜੇ ਤੱਕ ਜਿਹੜੀ ਬਣਦੀ ਆਈ ਆ ਉਹ ਸਰੂਪ ਵਾਲੀ ਆ, ਜਿੱਦਾਂ ਦਾੜੀ ਆ, ਪੱਗ ਆ, ਬੰਦੇ ਦੇ ਵਾਲ ਨਹੀਂ ਕੱਟੇ ਹੋਣੇ ਚਾਹੀਦੇ, ਉਹਦੀ ਵੋਟਾਂ ਉਹ ਰਿਨਿਊ ਅਸੀਂ ਕਰਨਾ ਵਾ। ਬਾਕੀ ਜਿਹੜੀਆਂ ਵੋਟਾਂ ਵਾ ਉਹ ਜਿੱਦਾਂ ਸਾਡੀਆਂ ਤਾਂ ਪਹਿਲਾਂ ਬੜੀਆਂ, ਅਸੀਂ ਤਾਂ ਰਿਨਿਊ ਵਾਸਤੇ ਐਪਲੀਕੇਸ਼ਨ ਭਰਨੀ ਆ, ਅਸੀਂ ਨਵੀਂ ਐਪਲੀਕੇਸ਼ਨ ਨਹੀਂ ਭਰਨੀ। ਸਾਡੀਆਂ ਤਕਰੀਬਨ 90% ਵੋਟਾਂ ਜਿਹੜੀਆਂ ਪਿਛਲੇ ਸਾਲਾਂ 'ਚ ਬਣੀਆਂ ਹੋਈਆਂ ਉਹ ਅਸੀਂ ਰਿਨਿਊ ਵਾਸਤੇ ਐਪਲੀਕੇਸ਼ਨਾਂ, ਸਿਰਫ 10-15% ਜਿਹੜੇ ਨਵੇਂ ਬੰਦੇ ਆਉਣਗੇ ਉਹਨਾਂ ਦੀਆਂ ਅਸੀਂ ਐਪਲੀਕੇਸ਼ਨਾਂ ਨਵੀਆਂ ਭਰਨੀਆਂ, ਬਾਕੀ ਤੇ ਅਸੀਂ ਉਹੀ ਕਰਨੀਆਂ। ਜਿਹੜੀ ਗੱਲ ਇਹ ਕਹਿੰਦੇ ਆ ਵੀ ਉਹ ਰਿਨਿਊ ਕਿੱਦਾਂ ਕਰਨੀ ਆ, ਰਿਨਿਊ ਸਿਰਫ ਇਹ ਹੀ ਆ ਵੀ ਬੰਦੇ ਉੱਥੇ ਜਿਹੜੇ ਮੋਨੇ ਆ ਉਹ ਵੋਟਾਂ ਕਿੱਦਾਂ ਉਹਨਾਂ ਨੇ ਬਣਾਈਆਂ, ਪਹਿਲੋਂ ਉਹਨਾਂ ਨੂੰ ਆਈਡੀਆਂ ਇਹਨਾਂ ਦਿੱਤੀਆਂ ਹੋਈਆਂ।
ਸਹਿਜਧਾਰੀ ਵੋਟ ਉਹੋ ਹੀ ਅਸੀਂ ਕੋਰਟ ਦੇ ਵਿੱਚ ਅਸੀਂ ਉਹਦੇ ਅੰਗੇਸਟ ਨਹੀਂ ਗਏ ਸਹਿਜਧਾਰੀ ਵੋਟ ਦੇ, ਅਸੀਂ ਐਗਰੀ ਆ। ਪਰ ਜੇ ਸਾਡੀ ਵੀ ਵੋਟ ਉਹ ਜਿਹੜੇ ਜਿਨ੍ਹਾਂ ਦੇ ਵਾਲ ਕੱਟੇ ਉਹ ਬਣਾਉਣਗੇ ਤੇ ਸਾਡਾ ਕੋਰਟ ਦੇ ਵਿੱਚ ਕੋਈ objection ਨਹੀਂ ਹੋਊਗਾ। ਜੇ ਇਹ ਜਿੱਦਾਂ ਇਹਨਾਂ ਨੇ ਬਣਾਈਆਂ ਹੋਈਆਂ ਜੇ ਸਾਡੀ ਵੀ ਬਣਾਉਣਗੇ ਤਾਂ ਸਾਨੂੰ ਕੋਈ objection ਨਹੀਂ। ਸਾਰੇ ਪਤੇ ਹੁਣ ਜਿਹੜੀ ਗੱਲ ਆ ਜਿਹੜੀ ਗੱਲ ਨੂੰ ਮੈਂ ਲੈ ਕੇ ਇਸ ਚਰਚਾ ਦੇ ਵਿੱਚ ਸ਼ੁਰੂ ਹੋਇਆ ਦੋਨਾਂ ਧਿਰਾਂ ਦੇ ਕੋਲ ਜਾ ਕੇ ਗੱਲ ਕਰ ਰਿਹਾ, ਉਹ ਇਹ ਹੈ ਕਿ ਇਸ ਵੇਲੇ ਸੰਗਤ ਨੂੰ ਉਮੀਦ ਵੱਜ ਰਹੀ ਹੈ ਕਿ ਪਿਛਲੇ 4 ਸਾਲ ਤੋਂ ਜਿਹੜਾ ਡਿਬੇਟ ਚੱਲਦਾ ਆ ਰਿਹਾ, ਜਿਹੜੀ ਗੱਲ ਬਾਰ-ਬਾਰ ਉੱਠਦੀ ਹੈ, ਸਿੱਖ ਕਲਚਰ ਸੁਸਾਇਟੀ ਇਸ ਵੇਲੇ ਈਸਟ ਕੋਸਟ ਦੇ ਵਿੱਚ ਧੁਰਾ ਆ ਸਿੱਖ ਕਮਿਊਨਿਟੀ ਦੇ ਵਾਸਤੇ, ਜਿੱਥੋਂ ਸਾਰੀਆਂ ਗੱਲਾਂ ਸ਼ੁਰੂ ਹੁੰਦੀਆਂ ਨੇ, ਜਿੱਥੋਂ ਨਵੇਂ ਵਿਚਾਰ ਵੀ ਛਿੜ ਸਕਦੇ ਨੇ, ਜਿੱਥੋਂ ਸਿੱਖੜੇ ਪਰੇਡ ਵੀ ਹੁੰਦੀ ਆ, ਜਿਹੜਾ ਇੱਕ ਸੈਂਟਰਲ ਪਲੇਟਫਾਰਮ ਹੈ, ਉਹਦੇ ਵਿੱਚੋਂ ਹੁਣ ਸਾਰੀਆਂ ਡਿਬੇਟਸ, ਲੜਾਈਆਂ ਤੇ ਬਹਿਸਾਂ ਮੁੱਕਣ ਦੀ ਉਮੀਦ ਵੱਜ ਰਹੀ ਹੈ ਦੋਹਾਂ ਧਿਰਾਂ ਵੱਲੋਂ। ਪਿਛਲੀ ਧਿਰ ਮੈਨੂੰ ਪਹਿਲਾਂ ਕਹਿ ਹਟੀ ਹੈ, ਮੈਂ ਹੁਣ ਜਦੋਂ ਉਹਨਾਂ ਕੋਲੋਂ ਹੋ ਕੇ ਆਇਆ, ਕਿ ਹਾਂ ਸਾਡੇ ਵੱਲੋਂ ਪੂਰੀ ਤਿਆਰੀ ਹੈ, ਅਸੀਂ ਰਾਜ਼ੀ ਹਾਂ, ਸਾਡੇ ਵੱਲੋਂ ਕੋਈ ਨਿੱਕੀ ਮੋਟੀ ਆਬਜੈਕਸ਼ਨ ਹੋਏਗੀ। ਤੁਸੀਂ ਆਪਣੇ ਵੱਲੋਂ ਕੀ ਕਹਿਣਾ ਚਾਹੁੰਦੇ ਹੋ? ਅਸੀਂ ਦੇਖੋ 100% ਐਗਰੀ ਹਾਂ। ਅਸੀਂ ਗੁਰਦੁਆਰੇ ਦੇ ਵਿੱਚ ਕਦੀ ਵੀ ਕੋਈ ਲੜਾਈ ਨਹੀਂ ਚਾਹੁੰਦੇ। ਮੈਂ ਅੱਜ ਤੱਕ ਜ਼ਿੰਦਗੀ ਦੇ ਵਿੱਚ ਕਿਸੇ ਵੀ ਪਰਸਨਲ ਬੰਦੇ ਦੇ ਨਾਲ ਜਾਂ ਗੁਰਦੁਆਰੇ ਦੇ ਵਿੱਚ ਲੜਾਈ ਨਹੀਂ ਕੀਤੀ। ਪਰ ਜਦੋਂ ਕੋਈ ਇਨਸਾਨ ਆ ਕੇ ਅਟੈਕ ਤੁਹਾਡੇ ਤੇ ਕਰਦਾ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਡਿਫੈਂਡ ਕਰਨ ਵਾਸਤੇ ਕਿਹਾ ਹੋਇਆ, ਸਾਨੂੰ ਡਿਫੈਂਡ ਕਰਨਾ ਚਾਹੀਦਾ। ਪਰ ਮੈਂ ਸਾਰਿਆਂ ਅੱਗੇ ਅਪੀਲ ਕਰਦਾ ਵੀ ਤੁਸੀਂ ਗੁਰਦੁਆਰੇ ਦੀ ਬਾਕੀ ਵੀ ਜਿਹੜੇ ਪ੍ਰਬੰਧ ਆ, ਜਿੱਦਾਂ ਲਾਗੇ ਮੱਖਣਚਾਰ ਲਬਾਣਾ 4 ਗੁਰਦੁਆਰੇ ਹੋਰ ਆ, ਰਲ ਮਿਲ ਕੇ ਸਿੱਖ ਕਲਚਰ ਸੁਸਾਇਟੀ ਦੇ ਵਿੱਚ ਸਗੋਂ ਸਮਝੌਤਾ ਕਰਾਓ। ਇਹ ਕੋਈ ਵੀ ਜਿਹੜੀ ਲੜਾਈ ਅੱਗੇ ਨਾ ਤੁਰੇ ਤੇ ਬਹਿ ਕੇ ਕਿਸੇ ਤਰ੍ਹਾਂ ਵੀ ਕੋਈ ਫੈਸਲਾ ਹੁੰਦਾ, ਸਾਡਾ ਗਰੁੱਪ ਜਿਹੜਾ ਬਿਲਕੁਲ 100% ਐਗਰੀ ਹੋਊਗਾ। ਅਸੀਂ ਕਦੀ ਵੀ ਸਿੱਖ ਕਲਚਰ ਸੁਸਾਇਟੀ ਦੇ ਵਿੱਚ ਕੋਈ ਲੜਾਈ ਨਹੀਂ ਚਾਹੁੰਦੇ। ਇਸ ਕਰਕੇ ਚਾਹੁੰਦੇ ਆ ਵੀ ਇਹ ਸਿੱਖੀ ਦਾ ਧੁਰਾ, ਇੱਥੇ ਲੜਾਈ ਨਹੀਂ ਹੋਣੀ ਚਾਹੀਦੀ। ਸੋ ਇਹ ਉਮੀਦ ਵੱਜ ਸਕਦੀ ਹੈ ਹੁਣ ਕਿ ਹੋ ਸਕਦਾ ਇਸ ਵਾਰ ਵਾਲੀ ਜਿਹੜੀ ਪਰੇਡ ਆ ਉੱਤੇ ਸਾਰੇ ਸਾਂਝੇ ਨਜ਼ਰ ਆਉਣ। ਬਿਲਕੁਲ 100% ਅਸੀਂ ਐਗਰੀ ਹਾਂ। ਬਿਲਕੁਲ ਉਹਦੇ ਵਿੱਚ ਅਸੀਂ ਜਾਣ ਨੂੰ ਵੀ ਤਿਆਰ ਹਾਂ। ਜਿਹੜੀ ਕਮੇਟੀ ਆਊਗੀ ਉਹਦਾ ਜੇ ਸਾਡੀ ਜਿੱਤ ਕੇ ਆਉਂਦੀ ਆ ਤੇ ਅਸੀਂ ਉਹਨਾਂ ਦਾ ਸਹਿਯੋਗ ਦੇਵਾਂਗੇ, ਜੇ ਉਹ ਜਿੱਤ ਕੇ ਆਉਣ ਉਹ ਸਾਡਾ ਸਹਿਯੋਗ ਦੇਣਗੇ। ਇਦਾਂ ਦੀ ਸੰਭਾਵਨਾ ਨਹੀਂ ਹੈ ਕਿ ਧੜੇ ਮੁੱਕ ਜਾਣ ਤੇ ਸਾਰੀ ਸਾਂਝੀ ਕਮੇਟੀ ਬਣ ਜਾਏ। ਅਸੀਂ ਇਦਾਂ ਵੀ ਐਗਰੀ ਹਾਂ। ਅਸੀਂ ਤਾਈਓ ਤੇ ਮੈਂ ਸਾਰੇ ਗੁਰਦੁਆਰਿਆਂ ਨੂੰ ਕਿਹਾ ਇਕੱਠਾ ਹੋ ਕੇ ਸਿੱਖ ਕਲਚਰ ਸੁਸਾਇਟੀ ਦਾ ਫੈਸਲਾ। ਅਸੀਂ ਪਹਿਲੋਂ ਵੀ ਜਿਹੜਾ ਇਸ ਗੱਲ ਪਿੱਛੇ 2 ਸਾਲ ਪਹਿਲੋਂ ਸਾਨੂੰ ਨਿਊ ਜਰਸੀ ਦੇ ਪ੍ਰਬੰਧਕ ਕਮੇਟੀ ਨੇ ਸੱਦਿਆ ਸੀ, ਅਸੀਂ ਉੱਥੇ ਗਏ ਸੀ। ਅਸੀਂ ਉਦੋਂ ਵੀ ਇਸ ਗੱਲ ਤੇ ਐਗਰੀ ਹੋਏ ਆ। ਹੁਣ ਵੀ ਜੇ ਕੋਈ ਇਹੋ ਜਿਹੀ ਗੱਲ ਆਉਂਦੀ ਆ ਅਸੀਂ ਬਿਲਕੁਲ ਇਸ ਗੱਲ ਤੇ ਐਗਰੀ ਆ ਵੀ ਜੇ ਗੁਰਦੁਆਰੇ ਦੇ ਵਿੱਚ ਜਾ ਕੇ ਪਰਚੀਆਂ ਵੀ ਪੈਂਦੀਆਂ ਜਾਂ ਗੁਰਦੁਆਰੇ ਦੇ ਵਿੱਚ ਕੋਈ ਕੰਪਰੋਮਾਈਜ਼ ਹੁੰਦਾ, ਅਸੀਂ ਬਿਲਕੁਲ 100% ਐਗਰੀ ਆ ਕੰਪਰੋਮਾਈਜ਼ ਕਰਨ ਵਾਸਤੇ। ਓਕੇ, ਸਭ ਤੋਂ ਇੰਪੋਰਟੈਂਟ ਗੱਲ ਤੇ ਇਹ ਮੁੱਦਾ ਕਨਕਲੂਡ ਹੋ ਰਿਹਾ ਆ। ਦੋਨੇ ਧਿਰਾਂ ਨੇ ਆਖਰ ਦੇ ਵਿੱਚ ਇੱਕ ਗੱਲ ਬਿਲਕੁਲ ਸਾਫ਼ ਕੀਤੀ ਹੈ ਕਿ ਅਸੀਂ ਇਸ ਗੱਲ ਤੇ ਐਗਰੀ ਹਾਂ ਕਿ ਧੜੇਬੰਦੀ ਮੁੱਕ ਜਾਏ, ਸ਼ਬਦ ਧੜਾ ਜਿਹੜਾ ਹੈ ਉਹ ਸਿੱਖ ਕਲਚਰ ਸੁਸਾਇਟੀ ਦੇ ਵਿੱਚੋਂ ਮੁੱਕ ਜਾਏ ਤੇ ਸਾਂਝੇ ਹੋ ਕੇ ਜੇ ਚਲਾ ਸਕਦੇ ਨੇ ਕਮੇਟੀ ਪ੍ਰਬੰਧ ਤੇ ਚਲਾ ਲੈਣ। ਮੈਨੂੰ ਲੱਗਦਾ ਹੈ ਕਿ ਇਹਦੇ ਵਿੱਚ ਹੁਣ ਜਿਹੜੇ ਆਲੇ ਦੁਆਲੇ ਗੁਰਦੁਆਰਾ ਸਾਹਿਬਾਨ ਨੇ ਉਹ ਤੇ ਨਾਲ ਸੰਗਤ ਦਾ ਰੋਲ ਬਹੁਤ ਵਧੀਆ ਹੋ ਸਕਦਾ ਹੈ ਜੇ ਉਹ ਸਖਤੀ ਨਾਲ ਸਟੈਂਡ ਲੈਣ ਔਰ ਇਸੇ ਗੱਲ ਤੇ ਸਟੈਂਡ ਲੈਣ ਕਿ ਸਾਨੂੰ ਪ੍ਰਬੰਧਕ ਸਾਂਝੇ ਹੀ ਖੜੇ ਚਾਹੀਦੇ ਨੇ ਤੇ ਪ੍ਰਬੰਧਕ ਆਪਣੇ ਵੱਲੋਂ ਤਿਆਰ ਨੇ। ਥੋੜੀ ਈਗੋ ਜਿਹੜੀ ਆਪਸ ਦੇ ਵਿੱਚ ਅੜੀ ਹੋਈ ਹੈ ਉਹ ਮੁਕਾਈ ਜਾ ਸਕਦੀ ਹੈ। ਫਿਲਹਾਲ ਤੁਹਾਡਾ ਵੀ ਬਹੁਤ ਧੰਨਵਾਦ ਜੀ ਆਪਣਾ ਵਕਤ ਦੇਣ ਦੇ ਵਾਸਤੇ। ਮੈਂ ਇੱਕ ਮੈਸੇਜ ਦੇਣਾ ਚਾਹੁੰਦਾ ਪੂਰੇ ਜਿਹੜੇ ਅਮਰੀਕਾ ਦੇ ਵਿੱਚ ਕੁਝ ਗੁਰਦੁਆਰੇ ਆ, ਦੇਖੋ ਸਾਨੂੰ ਅਸੀਂ ਪੱਗ ਬੰਨ੍ਹ ਕੇ ਆਪਣੀ ਸ਼ਾਨ ਸਿੱਖੀ ਦੀ ਸ਼ਾਨ ਨੂੰ ਕਹਿੰਦੇ ਆ, ਪਰ ਮੈਂ ਸਾਰੇ ਗੁਰਦੁਆਰਿਆਂ ਨੂੰ ਜਿਹੜੇ ਅਮਰੀਕਾ ਦੇ ਖਾਸ ਕਰਕੇ, ਕਿਉਂ ਪੂਰੇ ਵਰਲਡ ਦੇ ਗੁਰਦੁਆਰੇ ਤੇ ਅਸੀਂ ਕੰਟਰੋਲ ਨਹੀਂ ਕਰ, ਪਰ ਅਮਰੀਕਾ 'ਚ ਇੱਕ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੇ ਜੇ 'ਚ ਕੋਈ ਵੀ ਗੁਰਦੁਆਰੇ ਝਗੜਾ ਹੁੰਦਾ ਵਾ ਉਹਨੂੰ ਬੈਠ ਕੇ ਨਜਿੱਠਿਆ ਜਾਵੇ ਤਾਂ ਕਿ ਜਿਹੜੀਆਂ ਸਿੱਖਾਂ ਦੀਆਂ ਪੱਗਾਂ, ਦਸਤਾਰਾਂ, ਦਾੜੀਆਂ ਤੇ ਪੁਲਿਸ ਜੁੱਤੀਆਂ ਸਮੇਤ ਕਦੀ ਗੁਰਦੁਆਰੇ 'ਚ ਐਂਟਰ ਨਾ ਹੋਵੇ। ਮੈਂ ਇਹ ਸਾਰਿਆਂ ਅੱਗੇ ਹੱਥ ਜੋੜ ਕੇ ਬੇਨਤੀ ਕਰਦਾ, ਪਲੀਜ਼ ਇਕੱਠੇ ਹੋ ਜਾਓ, ਸਿੱਖੀ ਦਾ ਨੁਕਸਾਨ ਨਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਔਰ ਇਹਦੇ ਨਾਲ ਇੱਕ ਵੱਡੀ ਗੱਲ ਇਹ ਕਿ ਸਿਰਫ ਆਪਣੇ ਖਾਤਰ ਨਹੀਂ, ਜਦੋਂ ਤੁਸੀਂ ਇਸ ਮੁਲਕ 'ਚੋਂ ਤੁਸੀਂ ਬਾਹਰ ਦੇ ਸਿਆਸਤਦਾਨਾਂ ਦੇ ਵਿੱਚ ਵਿਚਰਦੇ ਹੋ ਤਾਂ ਉਦੋਂ ਵੀ ਤੁਸੀਂ ਸਾਂਝੀ ਧਿਰ ਦੇ ਤੌਰ ਤੇ ਵਿਚਰੋ, ਆਪਸ 'ਚ ਲੜੇ ਹੋਏ ਨਾ ਜਾਓ। ਇਹ ਗੱਲ ਵੀ ਸ਼ਾਇਦ ਤੁਹਾਡੇ ਆਪਣੇ ਵਾਸਤੇ, ਤੁਹਾਡੀ ਕਮਿਊਨਿਟੀ ਦੇ ਭਵਿੱਖ ਵਾਸਤੇ, ਤੁਹਾਡੀ ਅਗਲੀ ਪੀੜ੍ਹੀ ਵਾਸਤੇ ਇੰਪੋਰਟੈਂਟ ਰਹੇਗੀ। ਫਿਲਹਾਲ ਮੁੱਦਾ ਦੇ ਵਿਚਾਰ ਦਿਓ ਜੀ। ਧੰਨਵਾਦ।